स्वागत प्रोग्राम गल्लां ते गीत देश विदेश विच बैठे सारे दर्शकों नूं जी आयां नूं कहने आ, तुहाडा इस्तकबाल करदे आ। ते अज इस गल्लां ते गीत प्रोग्राम दे विच मेरे नाल ने वरुण कौर मान। वरुण बहुत बहुत स्वागत तुहाडा भी ते नाल नाल वधाइयां भी। नवजोत कौर ने मेरे नाल। नवजोत कौर जी बहुत बहुत स्वागत भी है ते बहुत बहुत मुबारकां भी है। ਤੇ ਹੁਣ ਦਰਸ਼ਕਾਂ ਨੂੰ ਇਹ ਦੱਸ ਦਈਏ ਵੀ ਇੱਕ ਦੂਜੇ ਨੂੰ ਮੁਬਾਰਕਬਾਦ ਅਸੀਂ ਦੇ ਦਿੱਤੀ, ਪਰ ਦਿੱਤੀ ਕਾਹਦੀ ਆ? ਅੱਜ ਇਦਾਂ ਗੱਲ ਹੈ ਕਿ ਅੱਜ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਤੁਹਾਨੂੰ ਵੀ ਪਤਾ ਹੈ ਕਿ ਅੱਜ ਦੋਨੋਂ ਕੁਰਸੀਆਂ ਦੇ ਉੱਤੇ ਪਿੰਕ ਸੂਟ ਦੇ ਵਿੱਚ ਸੋਹਣੀਆਂ ਸੋਹਣੀਆਂ ਕੁੜੀਆਂ ਸਜੀਆਂ ਪਈਆਂ ਹੈ ਨਾ, ਤੇ ਆਪਾਂ ਸੋਹਣੇ ਸੋਹਣੇ ਕੱਪੜੇ ਵੀ ਪਾਇਆ, ਸੋਹਣੀਆਂ ਸੋਹਣੀਆਂ ਗੱਲਾਂ ਵੀ ਕਰਨੀਆਂ, ਕਿਉਂਕਿ ਖੂਬਸੂਰਤੀ ਜਿਹੜੀ ਹੈ ਔਰਤ ਦੇ ਨਾਲ ਹਮੇਸ਼ਾ ਜੁੜੀ ਜਾਂਦੀ ਹੈ, ਚਾਹੇ ਉਹ ਮਨ ਦੀ ਖੂਬਸੂਰਤੀ ਹੋਵੇ, ਚਾਹੇ ਉਹ ਚਿਹਰੇ ਦੀ ਖੂਬਸੂਰਤੀ ਹੋਵੇ, ਚਾਹੇ ਵਿਚਾਰਾਂ ਦੀ ਖੂਬਸੂਰਤੀ ਹੋਵੇ। ਔਰਤ ਨੂੰ ਇਹਨਾਂ ਸਾਰੀਆਂ ਖੂਬਸੂਰਤੀਆਂ ਦਾ ਸੁਮੇਲ ਮੰਨਿਆ ਜਾਂਦਾ ਹੈ ਤੇ ਅਸੀਂ ਸਾਰੀਆਂ ਹੀ ਔਰਤਾਂ ਜਿੰਨੀਆਂ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ। ਜਿੱਥੇ ਸਲੀਕੇ ਦੀ ਗੱਲ ਹੈ, ਜਿੱਥੇ ਤਰੀਕੇ ਦੀ ਗੱਲ ਹੈ, ਜਿੱਥੇ ਹੌਸਲੇ ਦੀ ਗੱਲ ਹੈ ਤੇ ਜਿੱਥੇ ਅਗਾਂਹ ਵਧੂ ਸੋਚ ਦੀ ਗੱਲ ਹੈ, ਖੌਰੇ ਪਤਾ ਨਹੀਂ ਕਿਹੜੇ ਕਿਹੜੇ ਮੀਲ ਪੱਥਰ ਸਰ ਕਰਦੀ 1908 ਤੋਂ ਲੈ ਕੇ ਹੁਣ ਤੱਕ। ਹੋਂਦ ਤਾਂ ਉਹਦੀ 1908 ਤੋਂ ਪਹਿਲਾਂ ਦੀ ਹੈ, ਪਰ ਜਦੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨਾਉਣਾ ਸ਼ੁਰੂ ਕੀਤਾ ਅਸੀਂ ਉਦੋਂ ਦੀ ਗੱਲ ਕਰਦੇ ਹਾਂ। ਜੀ ਬਿਲਕੁਲ। ਅਸੀਂ ਜਾਂਚਿਆ, ਘੋਖਿਆ, ਪਰਖਿਆ ਪੈਰ ਪੈਰ ਦੇ ਉੱਤੇ ਤੇ ਸਰ ਕਰਦੀ ਰਹੀ ਮੈਂ ਮੰਜ਼ਲਾਂ ਵਾਰੋ ਵਾਰੀ ਆਪੇ। ਜੀ ਬਿਲਕੁਲ, ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਪੁਰਾਣੇ ਦੌਰ ਦੀ ਗੱਲ ਕਰੀਏ ਚਾਹੇ ਅੱਜ ਦੇ ਦੌਰ ਦੀ ਗੱਲ ਕਰੀਏ। ਹਰ ਕਦਮ ਹਰ ਥਾਂ ਤੇ ਮੁਸ਼ਕਿਲ ਨਜ਼ਰ ਆਉਂਦੀ ਹੈ, ਪਰ ਹਿੰਮਤ ਤੇ ਹੌਸਲੇ ਦੇ ਮੂਹਰੇ ਹਰ ਮੁਸ਼ਕਿਲ ਨਿੱਕੀ ਨਜ਼ਰ ਆਉਂਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਦੇ ਮਹਿਮਾਨ ਦੇ ਨਾਲ ਤੁਹਾਡੀ ਜਾਣ ਪਹਿਚਾਣ ਕਰਾਉਂਦੇ ਹਾਂ, ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਸਾਡੇ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਨੇ। ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਇਸ ਵਿਸ਼ੇ ਦੇ ਬਾਬਤ ਗੱਲਬਾਤ ਕਰਨ ਦੇ ਲਈ ਡਾਕਟਰ ਨਵਜੋਤ ਕੌਰ। ਡਾਕਟਰ ਨਵਜੋਤ ਕੌਰ ਪ੍ਰਿੰਸੀਪਲ ਹਨ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਵਿਖੇ। ਬਹੁਤ ਬਹੁਤ ਸਵਾਗਤ, ਸ਼ੁਕਰੀਆ ਤੇ ਮੁਬਾਰਕਾਂ ਤੁਹਾਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਉਚੇਚੇ ਤੌਰ ਦੇ ਉੱਤੇ ਤੁਸੀਂ ਸਾਡਾ ਸੱਦਾ ਪ੍ਰਵਾਨ ਕਰਕੇ ਅੱਜ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਤੁਸੀਂ ਸਟੂਡੀਓ 'ਚ ਆਏ ਹੋ। ਸ਼ੁਕਰੀਆ ਬਹੁਤ ਬਹੁਤ। ਔਰ ਅੱਜ ਮੈਂ ਇਸ ਮੰਚ ਤੋਂ ਦੁਨੀਆ ਭਰ ਦੀ ਹਰ ਉਸ ਔਰਤ ਨੂੰ ਮੁਬਾਰਕਬਾਦ ਦਿੰਦੀ ਹਾਂ, ਹਰ ਉਸ ਔਰਤ ਨੂੰ ਜੋ ਆਪਣੇ ਹੱਕਾਂ ਤੇ ਆਪਣੇ ਜਿਹੜੀਆਂ ਫਰਜ਼ ਹੈ ਉਹਨਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ। ਜੀ ਨਵਜੋਤ ਹੁਣਾਂ ਨੇ ਦੱਸ ਦਿੱਤਾ ਸ਼ੁਰੂਆਤ 'ਚ ਕਿ 1908 ਤੋਂ ਇਹ ਸੰਘਰਸ਼ ਚੱਲਦਾ ਆਇਆ ਤੇ ਇਹ ਸੰਘਰਸ਼ ਮੈਨੂੰ ਲੱਗਦਾ ਕਦੇ ਕਦੇ ਹੁਣ ਵੀ ਚੱਲਦਾ ਹੀ ਹੈ, ਕਦੇ ਕਦੇ ਕੀ ਬਹੁਤ ਵਾਰੀ ਚੱਲਦਾ ਹੈ। ਪਰ ਜੇ ਇਤਿਹਾਸ ਨੂੰ ਥੋੜਾ ਜਿਹਾ ਹੋਰ ਫਰੋਲਣਾ ਹੋਵੇ, ਜ਼ਿਆਦਾ ਗਹਿਰਾਈ 'ਚ ਅਸੀਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ। ਦੇਖੋ 1908 ਦੇ ਵਿੱਚ ਅਮਰੀਕਾ ਦੇ ਇੱਕ ਸ਼ਹਿਰ ਨਿਊਯਾਰਕ ਦੇ ਵਿੱਚ ਜਿਹੜੀਆਂ ਲੇਡੀਜ਼ ਗਾਰਮੈਂਟ ਵਰਕਰਸ ਸੀਗੀਆਂ, ਸੋਸ਼ਲਿਸਟ ਪਾਰਟੀ ਨਾਲ ਸੰਬੰਧਿਤ ਸੀਗੀਆਂ, ਉਹਨਾਂ ਨੇ ਇੱਕ ਸਟ੍ਰਾਈਕ ਕੀਤੀ ਸੀਗੀ ਔਰ ਉਹ ਸਟ੍ਰਾਈਕ ਸੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ, ਆਪਣੇ ਜਿਹੜੇ ਉਜਰਤ ਹੈ ਉਹ ਵਧਾਉਣ ਲਈ ਕਿ ਸਾਨੂੰ ਜਿਹੜਾ ਹੈ ਰੋਜ਼ਾਨਾ ਕੰਮ ਦੇ ਬਦਲੇ ਜਿਹੜਾ ਹੈ ਮਿਹਨਤ ਜ਼ਿਆਦਾ ਮਿਲੇ ਔਰ ਕੰਮ ਦੇ ਘੰਟੇ ਜਿਹੜੇ ਹੈ ਘਟਾਏ ਜਾਣ, ਕਿਉਂਕਿ ਉਸ ਤੋਂ ਪਹਿਲਾਂ ਨਾ ਵੋਟ ਦਾ ਅਧਿਕਾਰ ਸੀ ਲੇਡੀਜ਼ ਨੂੰ ਔਰ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲਦੀ ਸੀ ਔਰਤ। 1909 ਦੇ ਵਿੱਚ ਫਿਰ ਦੁਬਾਰਾ ਇਸ ਦਿਨ ਨੂੰ ਮਨਾਇਆ ਗਿਆ ਔਰ 1911 ਦੇ ਵਿੱਚ ਫਿਰ 17 ਦੇਸ਼ਾਂ ਨੇ ਜਿਹੜਾ ਹੈ ਆਪਣੀ ਰਜ਼ਾਮੰਦੀ ਦੇ ਦਿੱਤੀ ਕਿ ਵਾਕਈ ਜਿਹੜਾ ਹੈ ਇਹ ਇੰਟਰਨੈਸ਼ਨਲ ਡੇ ਜਿਹੜਾ ਹੈ ਇਹਦੀ ਖਾਸ ਅਹਿਮੀਅਤ ਹੈ। ਔਰ 1975 ਦੇ ਵਿੱਚ ਫਿਰ ਯੂਐਨਓ ਨੇ ਆਪਣੀ ਜਨਰਲ ਅਸੈਂਬਲੀ ਦੇ ਵਿੱਚ ਪਾਸ ਕਰਕੇ ਮਤਾ ਪਾਸ ਕਰਕੇ ਜਿਹੜਾ ਹੈ ਇਹ ਦਿਨ ਔਰਤ ਦੇ ਲਈ ਰਾਖਵਾਂ ਰੱਖ ਦਿੱਤਾ ਔਰ ਅੱਜ ਦਾ ਦਿਨ ਬੜਾ ਖਾਸ ਹੈ ਸਾਡੇ ਸਾਰਿਆਂ ਦੇ ਲਈ। ਬੜੀ ਮਿਹਨਤ ਦੇ ਨਾਲ, ਬੜੀ ਜੱਦੋ ਜਹਿਦ ਦੇ ਨਾਲ ਇਹ ਦਿਨ ਸਾਨੂੰ ਨਸੀਬ ਹੋਇਆ। ਕਹਿੰਦੇ ਜਿਹੜੀ ਚੀਜ਼ ਸਾਨੂੰ ਮਿਹਨਤ ਨਾਲ ਮਿਲਦੀ ਹੈ ਨਾ ਉਹ ਜ਼ਿਆਦਾ ਸਾਡੇ ਲਈ ਇੰਪੋਰਟੈਂਟ ਵੀ ਹੁੰਦੀ ਹੈ, ਮਹੱਤਵਪੂਰਨ ਹੁੰਦੀ ਹੈ। ਸਾਡਾ ਜੀਅ ਵੀ ਕਰਦਾ ਵੀ ਇਹਨੂੰ ਅਸੀਂ ਸਾਂਭ ਕੇ ਰੱਖੀਏ, ਸੰਵਾਰ ਕੇ ਰੱਖੀਏ, ਕਿਉਂਕਿ ਉਹ ਬਹੁਤ ਜ਼ਿਆਦਾ ਦਿੱਕਤਾਂ ਤੇ ਔਕੜਾਂ ਤੋਂ ਬਾਅਦ ਸਾਨੂੰ ਉਹ ਚੀਜ਼ ਮਿਲੀ ਹੁੰਦੀ ਹੈ। ਬਿਲਕੁਲ। ਸੋ ਸਾਡਾ ਇਤਿਹਾਸ ਗਵਾਹ ਇੱਕ ਲੰਮਾ ਪੈਂਡਾ ਸਰ ਕੀਤਾ ਹੈ, ਤੈਅ ਕੀਤਾ ਹੈ। ਕਿੰਨੇ ਰਾਹ ਦੇ ਵਿੱਚ ਪਰਬਤ ਪਹਾੜ ਆਏ ਨੇ ਜਿਨ੍ਹਾਂ ਨੂੰ ਅਸੀਂ ਰੁਕਾਵਟਾਂ ਕਹਿ ਲੈਂਦੇ ਹਾਂ ਤੇ ਫਿਰ ਅਸੀਂ ਇੱਥੇ ਪਹੁੰਚੇ ਹਾਂ। ਸਮਾਜਿਕ ਤੇ ਆਰਥਿਕ ਪੱਖੋਂ ਮੈਮ ਕੀ ਕਹੋਗੇ? ਦੇਖੋ ਇੱਕ ਲੰਬਾ ਪੈਂਡਾ ਅਸੀਂ ਤੈਅ ਕੀਤਾ ਹੈ। ਜੇ ਮੈਂ ਸ਼ੁਰੂ ਦੀ ਗੱਲ ਕਰਾਂ ਤੇ ਗੁੱਤ ਪਿੱਛੇ ਮੱਤ, ਪੈਰ ਦੀ ਜੁੱਤੀ ਵਰਗੇ ਵਿਸ਼ੇਸ਼ਣ ਸਾਡੇ ਨਾਂ ਨਾਲ ਜੋੜੇ ਜਾਂਦੇ ਸੀ ਔਰ ਇੱਕ ਸਫ਼ਰ ਜਿਹੜਾ ਹੈ ਅਸੀਂ ਤੈਅ ਕੀਤਾ, ਪਰ ਅਜੇ ਵੀ ਸਾਨੂੰ ਸਾਡੇ ਹਿੱਸੇ ਦਾ ਸਮਾਨ ਨਹੀਂ ਮਿਲਿਆ। ਅਜੇ ਵੀ ਜੇ ਮੈਂ ਸ਼ੁਰੂ ਤੋਂ ਹੀ ਗੱਲ ਕਰਾਂ ਕਿ ਅਜੇ ਤਾਂ ਔਰਤ ਜਿਹੜੀ ਹੈ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ, ਅਜੇ ਤਾਂ ਜਨਮ ਲੈਣ ਦਾ ਵੀ ਅਧਿਕਾਰ ਨਹੀਂ ਉਹਨੂੰ ਮਿਲ ਰਿਹਾ ਔਰ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਅਜਿਹੇ ਤੱਤ ਮੌਜੂਦ ਹੈ ਜਿਨ੍ਹਾਂ ਕਰਕੇ ਧੀਆਂ ਅੱਜ ਵੀ ਸੁਰੱਖਿਅਤ ਨਹੀਂ ਹੈ। ਜੇ ਅਸੀਂ ਅਣਜੰਮੀ ਧੀ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਮਾਂ ਦੀ ਕੁੱਖ ਵਿੱਚ ਖਤਰਾ ਕਿਸੇ ਬਗਾਨੇ ਤੋਂ ਨਹੀਂ, ਆਪਣੇ ਮਾਪਿਆਂ ਤੋਂ ਸਭ ਤੋਂ ਵੱਧ ਹੈ।
ਘਰ ਦੀ ਚਾਰ ਦੀਵਾਰੀ 'ਚ ਵੀ ਕਈ ਥਾਵਾਂ ਤੇ ਧੀਆਂ ਸੁਰੱਖਿਅਤ ਨਹੀਂ ਹੈ ਜੀ ਘਰੋਂ ਬਾਹਰ ਪੈਰ ਪੁੱਟਦੀ ਹੈ, ਮਾੜੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਔਰ ਉਹ 15ਵੀਂ 16ਵੀਂ ਸਦੀ ਦੀ ਰਹਿੰਦ ਖੂੰਦ ਜਿਹੜੀ ਹੈ ਜ਼ਗੀਰਦਾਰੀ ਨਿਜ਼ਾਮ ਦੀ, ਉਹ ਅਜੇ ਵੀ ਸਾਡੇ ਮਨ 'ਚ ਪਈ ਹੈ, ਜੀ ਜਿਹੜੀ ਆਨਰ ਕਿਲਿੰਗ ਦੇ ਰੂਪ ਦੇ ਵਿੱਚ ਬਿਲਕੁਲ ਐਸਿਡ ਅਟੈਕ ਹੁੰਦੇ ਆ ਬੱਚੀਆਂ ਦੇ ਉੱਤੇ, ਵਿਆਹੀ ਜਾਣ ਤੇ ਦਾਜ ਦੀ ਬਲੀ ਚੜ੍ਹਦੀ ਹੈ। ਜੀ ਪ੍ਰੋਫੈਸ਼ਨਲ ਲੈਵਲ ਤੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਪ੍ਰੋਫੈਸ਼ਨਲ ਲੈਵਲ ਦੀ ਜੇ ਮੈਂ ਗੱਲ ਕਰਾਂ ਤੇ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੈ, ਕੱਲ੍ਹ ਹੀ ਮੈਂ ਆਪਣੀ ਬੇਟੀ ਨਾਲ ਗੱਲ ਕਰ ਰਹੀ ਸੀ, ਕਾਰਪੋਰੇਟ ਸੈਕਟਰ 'ਚ ਕੰਮ ਕਰ ਰਹੀ ਹੈ, ਜੀ ਉਹ ਦੱਸ ਰਹੀ ਸੀ ਕਿ ਤਨਖਾਹ ਦੇ ਵਿੱਚ ਵੀ ਫਰਕ ਹੈ। ਅਸੀਂ ਕਹਿ ਤਾਂ ਦਿੰਦੇ ਆ, ਸਾਡੇ ਸੰਵਿਧਾਨ ਨੇ ਔਰਤ ਨੂੰ ਬੜੀ ਸਨਮਾਨਯੋਗ ਸਥਿਤੀ ਜਿਹੜੀ ਹੈ ਸਾਨੂੰ ਦਿੱਤੀ ਹੈ, ਮਾਣ ਦਿੱਤਾ ਆ, ਮੌਲਿਕ ਅਧਿਕਾਰ ਸਾਡੇ ਬਰਾਬਰ ਹੈ ਔਰ ਅਸੀਂ ਮਰਦ ਦੇ ਬਰਾਬਰ ਹੱਕਾਂ ਦੇ ਸਾਰੇ ਪਹਿਰੇਦਾਰੀ ਵੀ ਕਰਦਾ ਸਾਡਾ ਸੰਵਿਧਾਨ। ਪਰ ਸਮਾਜਿਕ ਪਰਦੇ ਦੇ ਪਿੱਛੇ ਬਹੁਤ ਕੁਝ ਇਦਾਂ ਦਾ ਵੀ ਹੈ, ਇੱਕ ਗਲਾਸ ਸ਼ੀਲਡ ਹੈ ਜਿਹੜੀ ਸਾਨੂੰ ਦਿਸਦੀ ਨਹੀਂ ਹੈ। ਇੱਕ ਪੁਆਇੰਟ ਤੇ ਆ ਕੇ ਔਰਤ ਦੀ ਜਿਹੜੀ ਹੈ ਉਹ ਰੁਕ ਜਾਂਦੀ ਹੈ ਪ੍ਰਮੋਸ਼ਨ ਵੀ, ਔਰ ਬਹੁਤ ਸਾਰੇ ਇਦਾਂ ਦੇ ਪ੍ਰੋਫੈਸ਼ਨਸ ਹੈ ਜਿੱਥੇ ਔਰਤਾਂ ਨੂੰ ਅਹਿਮੀਅਤ ਦਿੱਤੀ ਨਹੀਂ ਜਾਂਦੀ, ਜਿੱਥੇ ਮਰਦਾਂ ਨੂੰ ਜਿਹੜੀ ਹੈ ਪਹਿਲ ਦਿੱਤੀ ਜਾਂਦੀ ਹੈ ਕਿ ਜੇ ਟਰੈਵਲਿੰਗ ਵਾਲੀ ਕੋਈ ਜੌਬ ਹੈ, ਮਰਦ ਨੇ ਵੀ ਫੈਮਿਲੀ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਹੀ ਨੌਕਰੀ ਤੇ ਨਿਕਲਣਾ ਆ, ਉੱਥੇ ਔਰਤ ਦੀ ਜਗ੍ਹਾ ਤੇ ਮਰਦ ਨੂੰ ਤਰਜੀਹ ਦਿੱਤੀ ਜਾਂਦੀ ਹੈ। ਬਹੁਤ ਸਾਰੀਆਂ ਸਮੱਸਿਆਵਾਂ ਆ, NCRB ਦੀ ਰਿਪੋਰਟ ਦੇਖ ਲਓ, ਹਰ 16ਵੇਂ ਮਿੰਟ 'ਚ ਇੱਕ ਬਲਾਤਕਾਰ ਦੇਸ਼ 'ਚ ਹੋ ਰਿਹਾ ਹੈ ਔਰ ਬਹੁਤ ਸਾਰੀਆਂ ਘਟਨਾਵਾਂ ਤਾਂ ਜਿਹੜੀਆਂ ਸਮਾਜਿਕ ਪਰਦੇ ਤੱਕ ਪਹੁੰਚਦੀਆਂ ਹੀ ਨਹੀਂ ਹੈ। ਔਰ ਜਿਹੜੇ ਮਾਫ ਕਰਨਾ, ਜਿਹੜੇ ਅੱਖਾਂ ਰਹੀ ਹਰ ਘੜੀ ਰੇਪ ਹੁੰਦੇ ਆ, ਉਹਨਾਂ ਦੀ ਗਿਣਤੀ ਨਾ ਕੀਤੀ ਜਾਣੀ ਹੈ ਨਾ ਕੀਤੀ ਗਈ ਹੈ। ਸੋ ਅਜੇ ਅਸੀਂ ਹੋਰ ਲੰਬਾ ਸੰਘਰਸ਼ ਲੜਨਾ ਆ। ਅਸੀਂ ਇਹ ਨਾ ਸੋਚੀਏ ਅੱਜ ਅਸੀਂ ਸੱਜ ਤੱਜ ਕੇ ਬੈਠ ਗਏ ਆ ਕਿ ਅਸੀਂ ਪ੍ਰਾਪਤ ਕਰ ਲਿਆ ਜੋ ਕਰਨਾ ਸੀ, ਠੀਕ ਹੈ, ਅੱਜ ਦੇ ਦਿਨ ਨੂੰ ਅਸੀਂ ਜਸ਼ਨ ਵਾਂਗ ਹੀ ਮਨਾਵਾਂਗੇ, ਪਰ ਨਾਲ ਦੀ ਨਾਲ ਸਾਨੂੰ ਸੁਚੇਤ ਵੀ ਰਹਿਣਾ ਹੈ ਕਿ ਸਾਡੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਹੈ, ਉਹਨਾਂ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਕੇ ਇੱਕ ਇਦਾਂ ਦਾ ਸੋਹਣਾ ਸੁਨੱਖਾ ਸਮਾਜ ਸਿਰਜਣਾ ਜਿੱਥੇ ਔਰਤ ਨੂੰ ਮਰਦ ਦੇ ਬਰਾਬਰ ਸਾਰੇ ਹੱਕ ਮਿਲਣ। ਜੀ ਬਿਲਕੁਲ, ਅੱਖਾਂ ਨਾਲ ਬਲਾਤਕਾਰ ਹੁੰਦੇ ਨੇ, ਨਜ਼ਰੀ ਬਲਾਤਕਾਰ ਕਹਿੰਦੇ। ਧੀਆਂ ਨੂੰ ਇੱਜ਼ਤਾਂ ਦੇ ਤਾਨੇ ਦੇਣ ਵਾਲਿਓ, ਮੁੰਡਿਆਂ ਨੂੰ ਦੂਸਰੇ ਦੀ ਧੀਆਂ ਦੀ ਇੱਜ਼ਤ ਕਰਨਾ ਸਿਖਾਓ, ਨੀਵੀਂ ਪਾ ਕੇ ਤੋਰ ਦਿਓ ਕੁੜੀਆਂ ਨੂੰ, ਮੁੰਡਿਆਂ ਨੂੰ ਸਹੀ ਤੱਕਣੀ ਦੇ ਅਰਥ ਸਮਝਾਓ। ਜਦੋਂ ਔਰਤ ਦੀ ਗੱਲ ਹੁੰਦੀ ਹੈ ਤੇ ਕਈ ਚੀਜ਼ਾਂ ਉਸ ਦੀ ਕਮਜ਼ੋਰੀ ਸਾਬਤ ਕਰ ਦਿੱਤੀਆਂ ਜਾਂਦੀਆਂ ਨੇ। ਉਦਾਹਰਨ ਦੇ ਤੌਰ ਤੇ ਚੂੜੀਆਂ ਪਾ ਲੈਣਾ, ਪੈਰਾਂ 'ਚ ਝਾਂਜਰਾਂ ਪਾ ਲੈਣਾ। ਕਿਸੇ ਮਰਦ ਨੂੰ ਬੜਾ ਆਪਾਂ ਕਹਿ ਦਿੰਦੇ ਆ, ਤੂੰ ਤਾਂ ਹੱਥਾਂ 'ਚ ਬੰਗਾਂ ਪਾਈਆਂ, ਕੀ ਬੰਗਾਂ ਪਾਉਣੀ ਔਰਤ ਦੀ ਕਮਜ਼ੋਰੀ ਹੋ ਗਈ? ਅੱਜ ਔਰਤ ਨੂੰ ਉਸਦੇ ਫਰਜ਼ਾਂ ਪ੍ਰਤੀ ਬਹੁਤ ਮਤਲਬ ਕਿ ਘੱਟ ਪਤਾ ਹੈ, ਅਧਿਕਾਰ ਜਿਹੜੇ ਨੇ ਘੱਟ ਪਤਾ ਹੈ ਨਾ, ਅਸੀਂ ਕਹਿ ਦਿੰਦੇ ਆ। ਪਰ ਮੈਨੂੰ ਲੱਗਦਾ ਕਿ ਔਰਤ ਸ਼ੁਰੂ ਤੋਂ ਆਪਣੇ ਫਰਜ਼ਾਂ 'ਚ ਹੀ ਗੁਆਚੀ ਰਹੀ, ਉਸਨੂੰ ਤਾਂ ਆਪਣੇ ਅਧਿਕਾਰ ਚੇਤਾ ਵੀ ਨਹੀਂ। ਬਿਲਕੁਲ, ਜਿਹੜਾ ਤੁਸੀਂ ਚੂੜੀਆਂ ਦੀ ਪਹਿਲਾਂ ਗੱਲ ਕੀਤੀ ਹੈ, ਜਿੱਥੋਂ ਇਹ ਸ਼ੁਰੂ ਹੋਇਆ ਹੋਏਗਾ, ਮੈਨੂੰ ਲੱਗਦਾ ਇੱਕ ਗੁਲਾਮੀ ਦਾ ਚਿੰਨ੍ਹ ਹੀ ਹੈ। ਬੇੜੀਆਂ ਪੈਰਾਂ ਦੇ ਵਿੱਚ, ਹੱਥਾਂ 'ਚ ਚੂੜੀਆਂ, ਨੱਕ 'ਚ ਕੋਕਾ, ਨਕੇਲ ਹੀ ਹੈ ਇੱਕ ਤਰ੍ਹਾਂ ਦੀ ਸ਼ੁਰੂ 'ਚ। ਹੁਣ ਚਲੋ ਅਸੀਂ ਇਹਨੂੰ ਫੈਸ਼ਨ ਦੇ ਨਾਲ ਜੋੜ ਲਿਆ ਹੈ ਔਰ ਇਹ ਸਾਰਾ ਕੁਝ ਹੈ। ਤੁਸੀਂ ਜਿਹੜੀ ਦੂਸਰੀ ਗੱਲ ਕੀਤੀ ਹੈ ਕਿ ਅਧਿਕਾਰਾਂ ਦੇ ਬਾਰੇ ਔਰਤਾਂ ਜਿਹੜੀਆਂ ਆਪਣੇ ਸੁਚੇਤ ਨਹੀਂ ਹੈ, ਪਰ ਵਰੁਣ ਠੀਕ ਹੈ, ਮੈਂ ਮੰਨਦੀ ਹਾਂ ਬਹੁਤ ਸਾਰੇ ਕਾਨੂੰਨ ਬਣੇ ਆ ਸਾਡੇ ਹੱਕ ਦੇ ਵਿੱਚ, ਔਰਤਾਂ ਦੇ ਹੱਕ ਦੇ ਵਿੱਚ, ਔਰ ਬਹੁਤ ਘੱਟ ਲੋਕਾਂ ਨੂੰ, ਬਹੁਤ ਘੱਟ ਔਰਤਾਂ ਨੂੰ ਉਹਨਾਂ ਹੱਕਾਂ ਦੀ ਜਿਹੜੀ ਹੈ ਉਹਦੇ ਬਾਰੇ ਜਾਣਦੀਆਂ ਆ। ਲੋੜ ਹੈ ਜਾਗਰਤੀ ਪੈਦਾ ਕਰਨ ਦੀ, ਔਰਤਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੇ। ਜ਼ਿੰਮੇਵਾਰੀਆਂ ਦੇ ਨਾਲ ਮੈਂ ਵੀ ਕਹਾਂਗੀ ਜ਼ਿੰਮੇਵਾਰੀਆਂ ਵੀ ਬਹੁਤ ਜ਼ਰੂਰੀ ਹੈ। ਮੰਨਿਆ ਅਸੀਂ ਹਮੇਸ਼ਾ ਆਪਣੀਆਂ ਧੀਆਂ ਨੂੰ ਸ਼ਰਮ ਹਿਆ ਦਾ ਪਾਠ ਪੜ੍ਹਾਉਂਦੇ ਰਹਿੰਦੇ ਆ, ਇਹ ਔਰਤ ਦਾ ਗਹਿਣਾ ਵੀ ਹੈ, ਫਿਤਰਤ ਵੀ ਹੈ, ਔਰ ਆਜ਼ਾਦੀ ਦੇ ਜਿਹੜੇ ਅਰਥ ਹੈ ਉਹ ਗਲਤ ਨਾ ਰਹਿ ਜਾਣ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਸਾਨੂੰ ਆਪਣੇ ਹੱਕਾਂ ਦੀ ਵੀ ਪੂਰੀ ਸੋਝੀ ਹੋਣੀ ਚਾਹੀਦੀ ਹੈ। ਵੈਸੇ ਔਰਤ ਜਾਗਰੂਕ ਹੋਈ ਹੈ ਹੁਣ, ਪਹਿਲਾਂ ਨਾਲੋਂ ਬਹੁਤ ਫਰਕ ਪਿਆ ਸੋਸਾਇਟੀ ਦੇ ਵਿੱਚ, ਸੋਸਾਇਟੀ ਦੀ ਸੋਚ ਦੇ ਵਿੱਚ ਵੀ ਫਰਕ ਪਿਆ ਹੈ। ਸ਼ਾਇਦ ਇਸੇ ਕਰਕੇ ਸਮੇਂ-ਸਮੇਂ ਦੇ ਉੱਤੇ ਕਵਿਤਰੀਆਂ ਨੇ, ਕਵੀਆਂ ਨੇ ਉਹਦੀ ਬਾਂਹ ਫੜੀ ਹੈ ਘੁੱਟ ਕੇ। ਅੰਮ੍ਰਿਤਾ ਪ੍ਰੀਤਮ ਨੇ ਵੀ ਉਸ ਵੇਲੇ ਕਿਹਾ ਸੀ ਕਿਕਰੇ ਨੀ ਕੰਡਿਆੜੀਏ। ਉਸ ਤੋਂ ਬਾਅਦ ਇਹ ਕਿ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਕਿਕਰੇ ਨੀ ਕੰਡਿਆੜੀਏ ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਹੱਕ ਮੰਗਿਆ ਨਹੀਂ ਮਿਲਦੇ ਹੁੰਦੇ, ਹੱਕ ਖੋਣੇ ਹੀ ਪੈਂਦੇ ਆ। ਜੀ। ਸੋ ਇਹ ਜਿਹੜੀ ਗੱਲ ਹੈ ਨਾ ਕਿ ਅਸੀਂ ਕਹਿੰਦੇ ਆ ਵੀ ਸੁਚੇਤ ਹੋ ਗਈ, ਜਿੱਥੇ ਅਸੀਂ ਉਹਦੇ ਨਜ਼ਾਕਤ ਦੀ ਗੱਲ ਕਰਦੇ ਹਾਂ, ਜਿੱਥੇ ਉਹਦੇ ਸੁਹਿਰਦਪੁਣੇ ਦੀ ਗੱਲ ਕਰਦੇ ਹਾਂ, ਉਹਨੂੰ ਸ਼ੁਰੂ ਤੋਂ ਸੂਖਮ ਕਲਾਵਾਂ ਸਿਖਾਈਆਂ ਗਈਆਂ। ਤੂੰ ਸਿਉਣਾ ਹੈ, ਤੂੰ ਪਰੋਣਾ ਹੈ, ਜੇ ਪਾਟਾ ਆ ਤੇ ਉਹਨੂੰ ਸੀ ਕੇ ਅਗਾਂਹ ਕੰਮ ਤੋਰਨਾ, ਜੇ ਰੁੱਸਿਆ ਆ ਉਹਨੂੰ ਮਨਾ ਕੇ ਅਗਾਂਹ ਕੰਮ ਤੋਰਨਾ। ਇਹ ਉਹਦੀਆਂ ਸੂਖਮ ਕਲਾਵਾਂ ਸੀ ਜਿਹਦੇ ਨਾਲ ਇਦਾਂ ਸੀ ਕਿ ਪਰਿਵਾਰ ਨੂੰ ਉਹਨੇ ਬੰਨ੍ਹ ਕੇ ਅੱਗੇ ਤੁਰਨਾ। ਬਿਲਕੁਲ। ਹੁਣ ਉਹ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਆ ਗਈ, ਹੁਣ ਉਹਨੇ ਕੰਮਕਾਰ ਵੀ ਕਰਨਾ, ਪਰ ਉਹਦੇ ਕਿਤੇ ਨਾ ਕਿਤੇ ਚੇਤੇ ਦੇ ਵਿੱਚ, ਸੁਚੇਤ ਤੇ ਅਵਚੇਤ ਦੋਵੇਂ ਮਨਾਂ ਦੇ ਵਿੱਚ ਉਹਦਾ ਫੈਮਿਲੀ ਵੀ ਚੱਲ ਰਹੀ ਹੈ, ਪਿੱਛੇ ਪਰਿਵਾਰ ਵੀ ਹੈ, ਤੇ ਅਗਾਂਹ ਜਿਹੜਾ ਉਹ ਕੰਮ ਕਰਦੀ ਹੈ, ਉਹ ਦੋਵਾਂ ਨੂੰ ਬੜਾ ਬੈਲੈਂਸ ਕਰਕੇ ਚੱਲਦੀ ਪਈ ਹੈ।
ਬਿਲਕੁਲ ਇਹ ਬੈਲੈਂਸ ਜਿਹੜਾ ਹੈ ਬਣਿਆ ਵੀ ਰਹਿਣਾ ਚਾਹੀਦਾ ਆ। ਔਰ ਜਿਹੜੀ ਤੁਸੀਂ ਸੂਈ ਧਾਗੇ ਦੀ ਗੱਲ ਕੀਤੀ, ਉਦੋਂ ਕੁੜੀਆਂ ਸਕੂਲ ਨਹੀਂ ਸੀ ਜਾਂਦੀਆਂ, ਪੜ੍ਹਦੀਆਂ ਨਹੀਂ ਸੀ, ਔਰ ਸੂਈ ਧਾਗੇ ਦੇ ਨਾਲ ਹੀ ਉਹ ਆਪਣੀ ਤਕਦੀਰ ਲਿਖਦੀਆਂ ਸੀ। ਔਰ ਮੇਰੇ ਮਦਰ ਦੱਸਦੇ ਹੁੰਦੇ ਆ ਕਿ ਜਦੋਂ ਨਵੀਂ ਵਿਆਹੀ ਕੁੜੀ ਆਉਂਦੀ ਸੀ ਤੇ ਉਹਦੀ ਚਾਦਰ ਕੱਢੀ ਜਾਂ ਉਹਦਾ ਕੱਢਿਆ ਰੁਮਾਲ ਸਿੱਧੇ ਪਾਸਿਓਂ ਨਹੀਂ ਸੀ ਦੇਖਿਆ ਜਾਂਦਾ, ਪੁੱਠੇ ਪਾਸਿਓਂ ਦੇਖਿਆ ਜਾਂਦਾ ਸੀ ਕਿ ਕਿੰਨੀ ਕੁ ਸੱਚਿਆਰੀ ਹੈ। ਔਰ ਅੱਜ ਜਿਹੜਾ ਹੈ ਅਸੀਂ ਧੀਆਂ ਦੇ ਹੱਥ 'ਚ ਕਲਮ ਫੜਾਈ ਹੈ ਤੇ ਹੁਣ ਉਹਨਾਂ ਨੇ ਸੂਈ ਧਾਗੇ ਦੀ ਥਾਂ ਤੇ ਕਲਮ ਦੇ ਨਾਲ ਆਪਣੀ ਤਕਦੀਰ ਆਪ ਲਿਖਣੀ ਹੈ। ਜੀ ਬਿਲਕੁਲ, ਅਸੀਂ ਉਹਨਾਂ ਨੂੰ ਸੁਚੇਤ ਕੀਤਾ ਹੈ ਪੜ੍ਹਾ ਲਿਖਾ ਕੇ। ਔਰ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਔਰਤ ਨੂੰ ਸਸ਼ਕਤ ਕਰਨ ਦੀ, ਸਸ਼ਕਤੀਕਰਨ ਉਨਾ ਚਿਰ ਸੰਭਵ ਨਹੀਂ ਹੈ ਜਿੰਨਾ ਚਿਰ ਬੱਚੀਆਂ ਪੜ੍ਹ ਲਿਖ ਕੇ ਆਰਥਿਕ ਤੌਰ ਤੇ ਸਵੈ ਨਿਰਭਰ ਨਹੀਂ ਹੋ ਜਾਂਦੀਆਂ। ਇਕਨੋਮਿਕਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਲੜਕੀ ਦਾ। ਔਰ ਸਾਡੀ ਤਰਜੀਹ ਹੋਣੀ ਚਾਹੀਦੀ ਹੈ, ਪਹਿਲ ਹੋਣੀ ਚਾਹੀਦੀ ਹੈ ਕਿ ਕੁੜੀਆਂ ਨੂੰ ਪੜ੍ਹਾ ਲਿਖਾ ਕੇ, ਸਿਰਫ ਮੈਟਰੀਮੋਨੀਅਲ ਵੈਲਿਊ ਨਹੀਂ ਹੋਣੀ ਚਾਹੀਦੀ ਪੜ੍ਹਾਈ ਕਿ ਇਹਦਾ ਵਿਆਹ ਕਰਨਾ BA ਕਰਾ ਦਿਓ, ਉਹਨੂੰ ਪੜ੍ਹਾ ਲਿਖਾ ਕੇ ਆਰਥਿਕ ਤੌਰ ਤੇ ਸਵੈ ਨਿਰਭਰ ਕਰਨਾ ਹੈ। ਤੁਸੀਂ ਸਾਹਮਣੇ ਬੈਠੇ ਹੋ ਔਰ ਦੇਖ ਰਹੇ ਦਰਸ਼ਕ ਤੁਹਾਨੂੰ, ਔਰ ਤੁਸੀਂ ਸਸ਼ਕਤ ਹੋ, ਆਪਣੇ ਫੈਸਲੇ ਆਪ ਕਰਨ ਦੇ ਸਮਰੱਥ ਹੋ, ਸਿਰਫ ਇਸ ਕਰਕੇ ਕਿ ਤੁਸੀਂ ਪੜ੍ਹ ਲਿਖ ਕੇ ਇੱਕ ਮੁਕਾਮ ਤੇ ਪਹੁੰਚੀਆਂ ਹੋ। ਜੀ, ਚੁਣੌਤੀਆਂ ਬਹੁਤ ਹੁੰਦੀਆਂ ਨੇ। ਕਹਿੰਦੇ ਕਿ ਔਰਤ ਨੂੰ ਹਮੇਸ਼ਾ ਹੀ ਧਰਤ ਮਾਂ ਦੀ ਤਰ੍ਹਾਂ ਸਭ ਕੁਝ ਚੁੱਪਚਾਪ ਸਹਿਣ ਕਰਨ ਵਾਲੀ ਸਮਝਿਆ ਜਾਂਦਾ ਹੈ। ਉਸ ਨੂੰ ਕਹਿ ਦਿਓ, ਉਸਨੇ ਅੰਦਰੋਂ ਅੰਦਰ ਜਰ ਜਾਣਾ। ਹੁਣ ਜੇ ਸਹੁਰਿਆਂ ਦੇ ਕੋਈ ਦਿੱਕਤ ਆਉਂਦੀ ਹੈ, ਅੰਦਰੋਂ ਅੰਦਰ ਹੀ ਆਪਣੇ ਸਮੇਟ ਜਾਂਦੀ ਹੈ, ਪੇਕਿਆਂ ਨੂੰ ਨਹੀਂ ਦੱਸਦੀ। ਪਰ ਜੇ ਕੋਈ ਕੁੜੀ ਪੇਕਿਆਂ ਨੂੰ ਜਾ ਕੇ ਦੱਸਦੀ ਹੈ ਤੇ ਉਸਤੇ ਸਵਾਲ ਚੱਕੇ ਜਾਂਦੇ ਨੇ, ਤਾਂ ਚੁਗਲੀਆਂ ਕਰਦੀ ਹੈ, ਤਾਂ ਦੱਸਦੀ ਹੈ। ਉਸ ਨੂੰ ਇਹ ਇੱਕ ਬਣਾ ਦਿੱਤਾ ਗਿਆ ਉਸਦਾ ਔਰਾ ਕਿ ਬਸ ਤੂੰ ਚੁੱਪ ਕਰਕੇ ਸਹੀ ਜਾ, ਸਹਿੰਦੀ ਰਹਿ। ਚੁਣੌਤੀਆਂ ਦਾ ਸਾਹਮਣਾ ਅੱਜ ਵੀ ਉਨਾ ਹੀ ਕਰਦੀ ਹੈ। ਕੀ ਕਹੋਗੇ? ਸੰਘਰਸ਼ ਵਾਕਈ ਔਰਤ ਦੇ ਸਾਹਮਣੇ ਬਹੁਤ ਵੱਡੇ ਸੰਘਰਸ਼ ਪਏ ਆ। ਔਰ ਜਿਹੜੀ ਤੁਸੀਂ ਪਰਿਵਾਰ ਦੀ ਗੱਲ ਕੀਤੀ ਹੈ, ਪਰਿਵਾਰ ਦੇ ਵਿੱਚ ਜਿਹੜਾ ਹੈ ਇੱਕ ਸਮਤੋਲ ਬਣਾ ਕੇ ਲੜਕੀ ਨੇ ਚੱਲਣਾ ਹੁੰਦਾ, ਇੱਕ ਬੈਲੈਂਸ ਬਣਾ ਕੇ ਚੱਲਣਾ ਹੁੰਦਾ। ਜੇ ਕੋਈ ਸਮੱਸਿਆ ਉਹਨੂੰ ਸਹੁਰੇ ਪਰਿਵਾਰ ਚ ਆਉਂਦੀ ਹੈ, ਦੇਖੋ ਬਿਲਕੁਲ ਅਲੱਗ ਸਿਸਟਮ ਹੈ। ਨਵੀਂ ਜਗ੍ਹਾ ਤੇ ਜਾ ਕੇ ਐਡਜਸਟ ਕਰਨਾ ਲੜਕੀ ਨੇ, ਨਵੇਂ ਸਾਰੇ ਲੋਕ ਹੈ, ਉਹਨਾਂ ਦੇ ਸੁਭਾਅ ਅਲੱਗ ਹੋਣਗੇ, ਉਹਨਾਂ ਦੇ ਟੇਸਟ ਅਲੱਗ ਹੋਣਗੇ। ਔਰ ਉਸ ਬੱਚੀ ਨੇ ਜਦੋਂ ਨਵੀਂ ਜਗ੍ਹਾ ਤੇ ਜਾਣਾ ਆ, ਸਭ ਤੋਂ ਪਹਿਲਾਂ ਤਾਂ ਸਹੁਰੇ ਪਰਿਵਾਰ ਨੂੰ ਵੀ ਚਾਹੀਦਾ ਆ ਕਿ ਉਹਦੇ ਨਾਲ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਉਹ ਇਕੱਲੀ ਹੈ ਉੱਥੇ ਉਸ ਪਰਿਵਾਰ ਦੇ ਵਿੱਚ, ਉਹਨੂੰ ਅਪਣੱਤ ਦਿਖਾਈ ਜਾਵੇ। ਔਰ ਜੇ ਕੋਈ ਛੋਟੀ ਮੋਟੀ ਸਮੱਸਿਆ ਆਉਂਦੀ ਹੈ ਤੇ ਫਿਰ ਸਭ ਤੋਂ ਪਹਿਲਾਂ ਤਾਂ ਲੜਕੀ ਨੂੰ ਵੀ ਇਹੀ ਚਾਹੀਦਾ ਆ ਕਿ ਆਪਣੇ ਲੈਵਲ ਤੇ ਉਹਨਾਂ ਸਮੱਸਿਆਵਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰੇ। ਕਿ ਇੱਕਦਮ ਕਈ ਵਾਰੀ ਬੱਚੀਆਂ ਵੀ ਜਿਹੜੀਆਂ ਕਾਹਲੀਆਂ ਪੈ ਜਾਂਦੀਆਂ, ਅੱਜ ਕੱਲ ਬੱਚੇ ਵੀ ਸਾਡੇ ਬਹੁਤ ਪੈਂਪਰਡ ਹੈਗੇ ਆ, ਥੋੜੇ ਬੱਚੇ ਆ, ਔਰ ਬਹੁਤ ਜ਼ਿਆਦਾ ਕਈ ਵਾਰੀ ਉਹਨਾਂ ਦਾ ਸੁਭਾਅ ਵੀ ਕਾਲਾ ਹੁੰਦਾ ਆ। ਪਹਿਲਾਂ ਇਹਨਾਂ ਸਮੱਸਿਆ ਨੂੰ ਆਪ ਨਜਿੱਠਣ ਦੀ ਕੋਸ਼ਿਸ਼ ਕਰੋ। ਜਦੋਂ ਕੋਈ ਪੇਸ਼ ਨਹੀਂ ਜਾਂਦੀ, ਉਸ ਵੇਲੇ ਤੁਸੀਂ ਜ਼ਰੂਰ ਆਪਣੇ ਮਾਂ-ਬਾਪ ਨੂੰ ਦੱਸਣਾ। ਮੈਂ ਇਹ ਵੀ ਨਹੀਂ ਕਹਿ ਰਹੀ ਕਿ ਤੁਸੀਂ ਡੋਮੈਸਟਿਕ ਵਾਇਲੈਂਸ ਹੋ ਰਹੀ ਆ, ਤੁਹਾਡੇ ਨਾਲ ਗਾਲੀ ਗਲੋਚ ਹੋ ਰਿਹਾ ਹੈ ਤਾਂ ਤੁਸੀਂ ਉਹਨੂੰ ਬਰਦਾਸ਼ਤ ਹੀ ਕਰੀ ਜਾਓ, ਨਹੀਂ, ਉੱਥੇ ਤਾਂ ਤੁਸੀਂ ਨਹੀਂ ਬਰਦਾਸ਼ਤ ਕਰਨਾ, ਤੁਸੀਂ ਆਵਾਜ਼ ਚੱਕਣੀ ਹੈ। ਪਰ ਵਰੁਣ, ਮੈਂ ਹਮੇਸ਼ਾ ਇਸ ਗੱਲ ਦੇ ਹੱਕ 'ਚ ਰਹਿੰਦੀ ਹਾਂ ਕਿ ਪਰਿਵਾਰ ਤੋੜਨ ਵਾਲੇ ਪਾਸੇ ਨਹੀਂ ਤੁਰਨਾ ਚਾਹੀਦਾ, ਸਾਨੂੰ ਜੋੜਨ ਵਾਲੇ ਪਾਸੇ ਤੁਰਨਾ ਚਾਹੀਦਾ। ਔਰ ਸਾਨੂੰ ਜਦੋਂ ਸਮਝੌਤਾ ਕਰਨ ਲਈ ਵਿੱਚ ਵੀ ਕਿਸੇ ਨੂੰ ਪਾਉਣਾ ਆ, ਕਿਉਂਕਿ ਬਹੁਤ ਵਾਰੀ ਲੋਕ ਤਮਾਸ਼ਾ ਦੇਖਦੇ ਆ, ਉਹ ਪਰਿਵਾਰਾਂ ਦੇ ਵਿੱਚ ਬੜੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਔਰ ਲੋਕ ਤੁਹਾਨੂੰ ਵਰਗਲਾ ਲੈਂਦੇ ਨੇ, ਤੁਹਾਨੂੰ ਬਿਨਾਂ ਮਤਲਬ ਤੋਂ ਫੁਸਲਾ ਲੈਂਦੇ ਨੇ। ਉਸ ਵੇਲੇ ਤੁਸੀਂ ਇਹ ਦੇਖਣਾ ਕਿ ਕਿਹੜਾ ਬੰਦਾ ਮੇਰੇ ਲਈ ਸਿੰਸੀਅਰ ਹੈ ਔਰ ਕਿਹੜਾ ਬੰਦਾ ਠੀਕ ਰਾਏ ਦਿੰਦਾ ਆ। ਜ਼ਰੂਰੀ ਨਹੀਂ ਹੈ ਕਿ ਸਹੁਰੇ ਪਰਿਵਾਰ ਦੀਆਂ ਹੀ ਸਾਰੀਆਂ ਗਲਤੀਆਂ ਹੋਣਗੀਆਂ, ਕਈ ਵਾਰੀ ਲੜਕੀਆਂ ਦੇ ਪੱਖ ਤੋਂ ਵੀ ਗਲਤੀਆਂ ਹੁੰਦੀਆਂ ਆ। ਉੱਥੇ ਮਾਂ-ਬਾਪ ਨੂੰ ਵੀ, ਲੜਕੀ ਦੇ ਮਾਂ-ਬਾਪ ਨੂੰ ਹਮੇਸ਼ਾ ਇਹ ਚਾਹੀਦਾ ਆ ਕਿ ਆਪਣੀ ਬੱਚੀ ਨੂੰ ਜ਼ਰੂਰ ਸਮਝਾਉਣ। ਔਰ ਪਹਿਲਾਂ ਸ਼ੁਰੂ ਤੋਂ ਹੀ ਜਿਹੜਾ ਹੈ, ਉਹ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਕਿ ਡਰਾਵਾ ਇੱਕ ਕਿ ਕਰ ਲੈ ਕੰਮ, ਨਹੀਂ ਤਾਂ ਸੱਸ ਨੇ ਏਦਾਂ ਕਰਨਾ, ਸੱਸ ਨੇ ਉੱਦਾਂ ਕਰਨਾ, ਉਹ ਇਮੇਜ ਨਹੀਂ ਬਣਾਉਣੀ ਚਾਹੀਦੀ ਬੱਚੀਆਂ ਦੇ ਮਨ 'ਚ ਕਿ ਸ਼ੁਰੂ ਤੋਂ ਇੱਕ ਸੱਸ ਦਾ ਹਊਆ ਕ੍ਰੀਏਟ ਕਰ ਦਿੱਤਾ ਜਾਏ। ਸੱਸ ਵੀ ਮਾਂ ਆ। ਔਰ ਮੈਨੂੰ ਲੱਗਦਾ ਹੁੰਦਾ ਹਮੇਸ਼ਾ ਹੀ ਕਿ ਜੇ ਤੁਸੀਂ ਉਹਨਾਂ ਦੀ ਇੱਜ਼ਤ ਕਰੋਗੇ, ਜੇ ਧੀਆਂ ਜਾ ਕੇ ਉਹਨਾਂ ਦੀ ਇੱਜ਼ਤ ਕਰਨਗੀਆਂ, ਤੇ ਕੋਈ ਸ਼ੱਕ ਹੀ ਨਹੀਂ ਕਿ ਉਹ ਵੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ। ਔਰ ਜਿੱਥੇ ਕਿਤੇ ਬਹੁਤ ਤੁਹਾਨੂੰ ਲੱਗਦਾ ਕਿ ਬਰਦਾਸ਼ਤ ਹੀ ਨਹੀਂ ਹੋ ਸਕਦਾ, ਉੱਥੇ ਫਿਰ ਠੀਕ ਹੈ, ਉੱਥੇ ਤਾਂ ਕੋਈ ਹੱਲ ਹੀ ਨਹੀਂ ਹੈ ਨਾ ਕੋਈ ਵੀ। ਜਿੱਥੇ ਇਹ ਲੱਗਦਾ ਤੁਹਾਨੂੰ ਕਿ ਹੁਣ ਤੁਸੀਂ ਜਿਹੜਾ ਜਰਨ ਵਾਲਾ ਸਮਾਂ ਹੈ ਨਾ, ਇਹ ਟੱਪ ਗਈਆਂ ਮੈਂ, ਬਿਲਕੁਲ ਜਿਹੜਾ ਬਰਦਾਸ਼ਤ ਕਰਨ ਦਾ ਮਾਦਾ ਹੈ ਨਾ, ਹੌਲੀ ਹੌਲੀ ਮੁੱਕਦਾ ਜਾ ਰਿਹਾ, ਪਾਣੀ ਸਿਰੋਂ ਲੰਘ ਗਿਆ। ਪਰ ਕਿਤੇ ਕਿਤੇ ਮੈਮ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਵੀ ਜਿੱਥੇ ਅਸੀਂ ਇਹਨਾਂ ਨੂੰ ਹੱਕ ਦੇ ਦਿੱਤੇ ਨੇ, ਅਧਿਕਾਰ ਦੇ ਦਿੱਤੇ ਨੇ, ਉੱਥੇ ਕਿਤੇ ਕਿਤੇ ਇਹਨਾਂ ਦੇ ਨਾਲ ਉਹਨਾਂ ਨੇ ਧੱਕਾ ਵੀ ਕੀਤਾ। ਜੇ ਅਸੀਂ ਇਸ ਪਲੇਟਫਾਰਮ ਤੋਂ ਵਧਾਈ ਦੇ ਰਹੇ ਹਾਂ, ਜੇ ਅਸੀਂ ਇੱਕ ਪਾਸੇ ਸਲਾਮ ਕਹਿ ਰਹੇ ਹਾਂ ਕਲਪਨਾ ਚਾਵਲਾ ਨੂੰ, ਜੇ ਅਸੀਂ ਇੱਕ ਪਾਸੇ ਸਲਾਮ ਕਹਿ ਰਹੇ ਹਾਂ ਸਾਡੇ ਦੇਸ਼ ਦੀ ਮਹਿਲਾ ਪ੍ਰਧਾਨ ਮੰਤਰੀ ਨੂੰ, ਅਸੀਂ ਚੇਤੇ ਕਰ ਰਹੇ ਹਾਂ ਰਾਸ਼ਟਰਪਤੀ ਨੂੰ, ਔਰ ਉਸ ਤੋਂ ਬਾਅਦ ਜੋ ਉਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਵੀ ਅਸੀਂ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸਿਜਦਾ ਕੀਤਾ ਇਹਨਾਂ ਸਾਰਿਆਂ ਨੂੰ। ਪਰ ਉੱਥੇ ਆਪਣੇ ਹੱਕਾਂ ਦੇ ਪ੍ਰਤੀ ਜਿੱਥੇ ਜਾਗਰੂਕ ਹਾਂ, ਉੱਥੇ ਇਹ ਵੀ ਤਾਂ ਦੇਖੋ ਵੀ ਮੈਂ ਜੋ ਮੰਗ ਰਹੀ ਹਾਂ ਉਹ ਸੱਚ ਹੈ, ਉਹ ਸੱਚ ਦੀ ਧਰਾਤਲ ਦੇ ਉੱਤੇ ਖੜਾ ਹੈਗਾ।
ਬਿਲਕੁਲ ਆਪਣੇ ਹੱਕਾਂ ਦਾ ਮਿਸਯੂਜ਼ ਕਦੀ ਵੀ ਨਹੀਂ ਹੋਣਾ ਚਾਹੀਦਾ। ਜੇ ਕਾਨੂੰਨ ਤੁਹਾਡੇ ਹੱਕ 'ਚ ਹੈ ਤਾਂ ਸਾਨੂੰ ਕਦੀ ਵੀ ਉਹਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ। ਬਹੁਤ ਸਾਰੀਆਂ ਸਮੱਸਿਆਵਾਂ ਐਵੇਂ ਸੋਸਾਇਟੀ 'ਚ ਦੇਖਦੀ ਹਾਂ ਕਿ ਕਈ ਦਹੇਜ ਵਗੈਰਾ ਦਾ ਪ੍ਰਤਾੜਨ ਨਹੀਂ ਕੀਤਾ ਹੁੰਦਾ, ਫਿਰ ਵੀ ਲੜਕੀਆਂ ਦਹੇਜ ਦਾ ਜਿਹੜਾ ਕੇਸ ਹੈ ਪਾ ਦਿੰਦੀਆਂ ਆ, ਜਾਂ ਡੋਮੈਸਟਿਕ ਵਾਇਲੈਂਸ ਦਾ ਪਾ ਦਿੰਦੀਆਂ। ਨਜਾਇਜ਼ ਵੀ ਕਈ ਥਾਵਾਂ ਤੇ ਹੋ ਰਿਹਾ। ਇਹ ਤਾਂ ਤੁਹਾਡੇ ਅੰਦਰ ਦੀ ਜਿਹੜੀ ਜ਼ਮੀਰ ਹੈ ਉਹ ਜਾਗਣੀ ਚਾਹੀਦੀ ਹੈ। ਤੁਹਾਨੂੰ ਆਪ ਹੀ ਜਿਹੜਾ ਹੈ ਲੜਕੀਆਂ ਨੂੰ ਆਪ ਹੀ ਸੋਚਣਾ ਚਾਹੀਦਾ। ਨਜਾਇਜ਼ ਜਿਹੜਾ ਹੈ ਫਾਇਦਾ ਕਦੀ ਵੀ ਨਹੀਂ ਉਠਾਉਣਾ ਚਾਹੀਦਾ। ਔਰ ਜਿਹੜੀ ਤੁਸੀਂ ਜ਼ਿੰਮੇਵਾਰੀਆਂ ਦੀ ਗੱਲ ਕਹਿ ਰਹੀ ਹਾਂ, ਮੈਂ ਫਿਰ ਉਹੀ ਗੱਲ ਕਹਿੰਦੀ ਹਾਂ ਨਵਜੋਤ, ਕਿ ਅਸੀਂ ਬੜੇ ਖੁਸ਼ਕਿਸਮਤ ਹਾਂ। ਸਾਨੂੰ ਇੱਕ ਕੁਦਰਤ ਨੇ ਵੀ ਨਵਾਜ਼ਿਆ ਹੋਇਆ ਹੈ, ਮਾਂ ਬਣਨ ਦਾ ਦਰਜਾ ਸਾਨੂੰ ਮਿਲਿਆ ਆ, ਔਰ ਦੋਹਰੀ ਜ਼ਿੰਮੇਵਾਰੀ ਹੈ। ਔਰ ਸਾਨੂੰ ਇਸ ਦੋਹਰੀ ਜ਼ਿੰਮੇਵਾਰੀ ਨੂੰ ਹੱਸ ਕੇ ਨਿਭਾਉਣਾ ਚਾਹੀਦਾ ਆ। ਅਸੀਂ ਕਿੰਨੇ ਖੁਸ਼ ਹੁੰਦੇ ਆ ਜਦੋਂ ਸਾਡੇ ਬੱਚੇ ਸਾਡੇ ਘਰਾਂ ਦੇ ਵਿੱਚ ਸਾਡੇ ਪਤੀ ਕਹਿ ਦਿੰਦੇ ਕਿ ਤੇਰੇ ਤੋਂ ਵਧੀਆ ਖਾਣਾ ਕੋਈ ਬਣਾ ਹੀ ਨਹੀਂ ਸਕਦਾ। ਮੈਂ ਮੰਨਦੀ ਹਾਂ ਕਿ ਮਦਦ ਕਰਨੀ ਚਾਹੀਦੀ ਹੈ, ਨਾਲ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ, ਔਰ ਪਤੀ ਦੇਵ ਨੂੰ ਵੀ ਚਾਹੀਦਾ ਆ ਕਿ ਜਦੋਂ ਔਰਤ ਵਰਕਿੰਗ ਹੈ ਤੇ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਘਰ ਦੇ ਕੰਮਾਂ 'ਚ ਵੀ ਉਹਦਾ ਸਾਥ ਦਿੱਤਾ ਜਾਏ। ਪਰ ਸਾਨੂੰ ਇਹ ਨਾ ਦੇਖੋ, ਬਜ਼ੁਰਗ ਮਾਂ-ਬਾਪ ਹੈ, ਸੱਸ ਸਹੁਰਾ ਹੈ, ਅੱਜ ਕੱਲ੍ਹ ਬਹੁਤ ਸਾਰੀਆਂ ਸਮੱਸਿਆਵਾਂ ਇੱਦਾਂ ਦੀਆਂ ਕਿ ਬਜ਼ੁਰਗਾਂ ਨੂੰ ਜਿਹੜਾ ਹੈ ਜਿਹੜੇ ਬਜ਼ੁਰਗ ਘਰ ਹੈ ਉਹਨਾਂ ਦੇ ਵਿੱਚ ਧੱਕਿਆ, ਬਿਰਧ ਘਰਾਂ ਦੇ ਧੱਕਿਆ ਜਾ ਰਿਹਾ ਹੈ। ਜੀ ਬਿਲਕੁਲ। ਇਹ ਜ਼ਿੰਮੇਵਾਰੀ ਜਿਹੜੀ ਹੈ ਲੜਕੀ ਨੂੰ ਸਮਝਣੀ ਚਾਹੀਦੀ ਹੈ। ਜਿੱਦਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਡੇ ਮਾਂ-ਬਾਪ ਦੀ ਸੇਵਾ, ਇੱਦਾਂ ਹੀ ਸਾਨੂੰ ਸੱਸ ਸਹੁਰੇ ਦੀ ਸੇਵਾ ਆਪਣੀ ਜ਼ਿੰਮੇਵਾਰੀ ਪੂਰੀ ਸ਼ਿੱਦਤ ਦੇ ਨਾਲ ਨਿਭਾਉਣੀ ਚਾਹੀਦੀ ਹੈ। ਅਸੀਂ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਉਂਦੇ ਆ। ਮੈਂ ਤੁਹਾਡੀ ਗੱਲ ਨੂੰ ਰੋਕ ਰਹੀ ਹਾਂ, ਮੈਨੂੰ ਆਪਣੀ ਜ਼ਿੰਮੇਵਾਰੀ ਯਾਦ ਆ ਗਈ। ਪ੍ਰੋਗਰਾਮ ਗੱਲਾਂ ਤੇ ਗੀਤ ਹੈ ਤੇ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਨੂੰ ਗੀਤ ਵੀ ਵਿਖਾਇਆ ਜਾਵੇ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਪ੍ਰੋਗਰਾਮ ਦਾ ਅੱਜ ਦਾ ਵਿਸ਼ਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ। ਅਸੀਂ ਮਨਾ ਰਹੇ ਹਾਂ ਤੇ ਇਸੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਔਰ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਹਨ ਡਾਕਟਰ ਨਵਜੋਤ ਕੌਰ ਜੋ ਕਿ ਪ੍ਰਿੰਸੀਪਲ ਹਨ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਵਿਖੇ। ਜੀ ਗੱਲਾਂ ਤੇ ਗੀਤ ਦੀ ਅਸੀਂ ਵਿੱਚ ਗੱਲ ਕਰ ਰਹੇ ਹਾਂ ਜੀ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ। ਮੈਮ ਅਸੀਂ ਜਿੱਥੇ ਹੁਣ ਚੁਣੌਤੀਆਂ ਦੀ ਗੱਲ ਕਰ ਲਈ ਵੀ ਉਹਨੇ ਆਹ ਵੀ ਕੀਤਾ ਉਸ ਤੋਂ ਬਾਅਦ ਇਹ ਉਹਦੀਆਂ ਪ੍ਰਾਪਤੀਆਂ ਵੀ ਬਹੁਤ ਨੇ।
ਬਹੁਤ ਬਿਲਕੁਲ ਬਹੁਤ ਵੱਡੀਆਂ। ਜੇ ਅਸੀਂ ਅੱਜ ਪ੍ਰਾਪਤੀਆਂ ਦੀ ਗੱਲ ਕਰੀਏ, ਤੁਸੀਂ ਪਹਿਲਾਂ ਵੀ ਗੱਲ ਕੀਤੀ, ਕਲਪਨਾ ਚਾਵਲਾ ਹੋਰਾਂ ਦੀ ਗੱਲ ਕੀਤੀ, ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੇ ਰਾਸ਼ਟਰਪਤੀ ਦੇ ਨਾਲ ਜੇ ਅਸੀਂ ਦੇਖੀਏ ਤੇ ਅੱਜ ਕੁੜੀਆਂ ਸਾਡੀਆਂ ਚੰਨ ਤੇ ਪਹੁੰਚ ਗਈਆਂ, ਸਰਹੱਦਾਂ ਤੇ ਸਾਡੀ ਰਾਖੀ ਕਰ ਰਹੀਆਂ, ਲੜਾਕੂ ਜਹਾਜ਼ ਉਡਾ ਰਹੀਆਂ। ਬਹੁਤ ਜਿਹੜੀਆਂ ਪ੍ਰਾਪਤੀਆਂ ਹੈ ਲੜਕੀਆਂ ਨੇ, ਡਾਕਟਰਸ ਦੇਖ ਲਓ, ਇੰਜੀਨੀਅਰਸ ਦੇਖ ਲਓ, ਕੋਈ ਫੀਲਡ ਪਹਿਲਾਂ ਹੁੰਦਾ ਸੀਗਾ ਟੀਚਿੰਗ ਦੇ ਵਿੱਚ, ਨਰਸਿੰਗ ਦੇ ਵਿੱਚ ਕੁੜੀਆਂ ਨੂੰ ਭੇਜਿਆ ਜਾਂਦਾ ਸੀਗਾ, ਔਰ ਅੱਜ ਹਰ ਪ੍ਰੋਫੈਸ਼ਨ 'ਚ ਕੋਈ ਇਦਾਂ ਦਾ ਪ੍ਰੋਫੈਸ਼ਨ ਨਹੀਂ ਹੈ ਜਿੱਥੇ ਔਰਤਾਂ ਨਹੀਂ ਹੈ। ਔਰ ਮੈਨੂੰ ਇਹ ਦੱਸਦੇ ਆ ਵੀ ਮਾਣ ਮਹਿਸੂਸ ਹੋ ਰਿਹਾ ਕਿ ਜਦੋਂ ਅਸੀਂ ਕਿਤੇ ਜਾਂਦੇ ਆ ਨਾ, ਡਾਕਟਰ ਕੋਲ ਵੀ ਜਾਂਦੇ ਆ, ਮੇਰੇ ਇੱਕ ਫਰੈਂਡ ਦੇ ਨਾਲ ਮੈਂ ਗੱਲ ਕਰ ਰਹੀ ਸੀ, ਉਹ ਕਹਿੰਦੀ ਸੀ ਮੈਂ ਲੇਡੀ ਡਾਕਟਰ ਜਿਹੜੀਆਂ ਲੇਡੀਜ਼ ਹੈਗੀਆਂ ਮੈਂ ਉਹਨਾਂ ਕੋਲ ਪ੍ਰੈਫਰ ਕਰਦੀ ਆ ਕਿ ਇਹ ਜ਼ਿਆਦਾ ਜਿਹੜੀਆਂ ਫੋਕਸਡ ਹੁੰਦੀਆਂ ਹੈ ਔਰ ਜ਼ਿਆਦਾ ਇੰਟੈਲੀਜੈਂਟ ਹੈ। ਔਰ ਜਿਹੜਾ ਹੈ ਇਹ ਜਿਹੜਾ ਮਾਨ ਸਨਮਾਨ ਸਾਨੂੰ ਮਿਲਿਆ, ਔਰ ਬਹੁਤ ਸਾਰੀਆਂ ਸਮੱਸਿਆਵਾਂ ਤੇ ਵੀ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਅਸੀਂ ਲੋਕਤੰਤਰਕ ਦੇਸ਼ 'ਚ ਰਹਿ ਰਹੇ ਹਾਂ, ਔਰ ਸਾਡੇ ਸਰਕਾਰੀ ਔਰ ਗੈਰ ਸਰਕਾਰੀ ਜਿਹੜੇ ਸੰਗਠਨ ਹੈ ਉਹਨਾਂ ਦੇ ਯਤਨਾਂ ਨਾਲ ਅਸੀਂ ਵੱਡੀਆਂ ਮੁਸ਼ਕਲਾਂ ਸਰ ਕੀਤੀਆਂ। ਜੀ ਬਿਲਕੁਲ। ਬਾਲ ਵਿਆਹ ਦੀ ਕਿੱਡੀ ਵੱਡੀ ਸਮੱਸਿਆ ਸੀ ਸਾਡੇ ਸਾਹਮਣੇ, ਸਤੀ ਪ੍ਰਥਾ, ਪਤਾ ਵੀ ਨਹੀਂ, ਹਾਂ ਛੋਟੀਆਂ ਛੋਟੀਆਂ ਬੱਚੀਆਂ ਦੇ ਵਿਆਹ ਔਰ ਸਤੀ ਕਰ ਦਿੱਤਾ ਜਾਂਦਾ ਸੀਗਾ ਔਰਤ ਨੂੰ। ਉਹਦੇ ਪਿੱਛੇ ਵੀ ਜਿਹੜੇ ਸਮਾਜਿਕ ਸੰਗਠਨ ਜਿਹੜੇ ਹੈ ਕਿ ਜਾਇਦਾਦ 'ਚ ਉਹਦਾ ਹਿੱਸਾ ਨਾ ਹੋਵੇ, ਔਰ ਜਿਹੜੀਆਂ ਵੱਡੀਆਂ ਮੁਸ਼ਕਲਾਂ ਅਸੀਂ ਸਰ ਕੀਤੀਆਂ ਆ, ਹੈ ਨਾ। ਔਰ ਹੁਣ ਦੇਖੋ ਸਾਨੂੰ ਜਾਇਦਾਦ ਦੇ ਵਿੱਚ ਵੀ ਲੜਕੀਆਂ ਨੂੰ ਹਿੱਸਾ ਜਿਹੜਾ ਹੈ ਉਹ ਮਿਲ ਰਿਹਾ ਹੈ। ਉਹ ਵੱਖਰੀ ਗੱਲ ਹੈ ਕਿ ਉਹਨੂੰ ਕਿਸ ਤਰ੍ਹਾਂ ਲਿਆ ਜਾ ਰਿਹਾ ਹੈ, ਇੱਕ ਸਮੱਸਿਆ ਵੱਖਰੀ, ਰਿਸ਼ਤਿਆਂ ਦੇ ਵਿੱਚ ਜਿਹੜਾ ਹੈ ਉਹ ਵੱਖਰੀ ਸਮੱਸਿਆ, ਪਰ ਕਾਨੂੰਨਨ ਤੌਰ ਤੇ ਬਹੁਤ ਸਾਰੇ ਅਧਿਕਾਰਾਂ ਦੇ ਜਿਹੜੇ ਹੈ ਅਸੀਂ ਇਸ ਵੇਲੇ ਮਾਲਕ ਹੈਗੇ ਆ। ਪ੍ਰਿੰਸੀਪਲ ਡਾਕਟਰ ਨਵਜੋਤ ਕੌਰ ਜੀ, ਜਦੋਂ ਅਸੀਂ ਗੱਲ ਕਰਦੇ ਉਹ ਸਰਹੱਦ ਤੇ ਪਹੁੰਚ ਗਈ, ਉਹ ਡਾਕਟਰ ਬਣ ਗਈ, ਪਰ ਇੱਕ ਨਵਾਂ ਰੂਪ ਦੇਖਣ ਨੂੰ ਵੀ ਮਿਲਿਆ। ਉਹ ਛੋਟੀ ਜੀ ਦੁਕਾਨ ਚਲਾਉਂਦੀ ਹੈ, ਉਹ ਐਂਬੂਲੈਂਸ ਡਰਾਈਵਰ ਵੀ ਹੈ। ਇਹ ਕੱਲ ਹੀ ਮੈਂ ਕਿਸੇ ਲੜਕੀ ਨੂੰ ਮਿਲੀ, ਉਹ ਆਪਣੇ ਜਲੰਧਰ ਦੀ ਹੈ ਤੇ ਉਹ 2 ਵੀਲਰ ਡਰਾਈਵਰ ਹੈ, ਔਰ ਇਦਾਂ ਦੀ ਡਰਾਈਵਿੰਗ ਉਹ ਕਰਦੀ ਹੈ ਕਿ 2 ਵੀਲਰ ਦੇ ਉੱਤੇ ਟੈਕਸੀ ਡਰਾਈਵਰ ਹੈ। ਮਤਲਬ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੀ ਉਮੀਦ ਨਹੀਂ ਸੀ। ਉਹ ਪੈਟਰੋਲ ਪੰਪ ਤੇ ਵੀ ਕੰਮ ਕਰ ਰਹੀ ਹੈ, ਕਿਉਂਕਿ ਸਾਡਾ ਇੱਕ ਨਜ਼ਰੀਆ ਬਣ ਗਿਆ ਸੀ ਕਿ ਉਸਨੂੰ ਡਾਕਟਰ ਦੇਖਣਾ, ਇੰਜੀਨੀਅਰ ਦੇਖਣਾ। ਪਰ ਫਿਰ ਇੱਕ ਇਦਾਂ ਦਾ ਤਬਕਾ ਉੱਠਿਆ ਔਰਤਾਂ ਦਾ ਜਿਨ੍ਹਾਂ ਨੇ ਨਿੱਕੇ ਨਿੱਕੇ ਕੰਮ ਕਰਕੇ ਨਾਮ ਹੋਰ ਵੀ ਵੱਡਾ ਰੌਸ਼ਨ ਕੀਤਾ। ਬਿਲਕੁਲ, ਜਦੋਂ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਪੂਰੇ ਦੇ ਹਰ ਕੰਮ ਦੇ ਉੱਤੇ ਸਾਡੀ ਪਕੜ ਹੋ ਸਕਦੀ ਹੈ, ਅਸੀਂ ਹਰ ਕੰਮ ਕਰ ਸਕਦੇ ਹਾਂ, ਉਸ ਵੇਲੇ ਉਹਨਾਂ ਨੇ ਪਹਿਲਾ ਜਿਹੜਾ ਸੀ ਮੁਸ਼ਕਿਲ ਕੰਮ ਘਰੋਂ ਪੈਰ ਬਾਹਰ ਕੱਢਣ ਦਾ, ਜਦੋਂ ਬਾਹਰ ਪੈਰ ਨਿਕਲਿਆ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਅਸਮਾਨ ਤਾਂ ਬਹੁਤ ਖੁੱਲਾ ਆ, ਇੱਕ ਸਿਰਫ ਇੱਕ ਫਿਕਸਡ ਫੀਲਡ ਨਹੀਂ ਹੈ ਕਿ ਅਸੀਂ ਇੱਥੇ ਹੀ ਕੰਮ ਕਰ ਸਕਦੇ ਹਾਂ। ਔਰ ਸੱਚੀ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਚੌਂਕ ਦੇ ਉੱਤੇ ਲੇਡੀ ਪੁਲਿਸ ਨੂੰ ਦੇਖਦੀ ਹਾਂ, ਜਦੋਂ ਮੈਂ ਪੈਟਰੋਲ ਪੰਪ ਤੇ ਕੁੜੀਆਂ ਨੂੰ ਤੇਲ ਪਾਉਂਦੇ ਦੇਖਦੀ ਹਾਂ, ਤੇ ਬੜਾ ਚੰਗਾ ਲੱਗਦਾ ਕਿ ਕੋਈ ਵੀ ਖੇਤਰ ਹੁਣ ਇਦਾਂ ਦਾ ਨਹੀਂ ਰਿਹਾ ਜਿੱਥੇ ਕੁੜੀਆਂ ਦਾ ਦਬਦਬਾ ਨਾ ਹੋਵੇ। ਔਰ ਇੱਥੇ ਜ਼ਿਕਰ ਕਰਨ ਦੀ ਗੱਲ ਹੈ ਵਰੁਣ, ਤੁਸੀਂ ਕਿਸੇ ਪੁਲਿਸ ਆਫੀਸਰ ਜਾਂ ਜਿਹੜੇ ਤੈਨਾਤ ਨੇ, ਜਿਹੜੇ ਮਰਦ ਨੇ, ਉਹ ਤਾਂ ਤੁਹਾਨੂੰ ਕਿਸੇ ਵੇਲੇ ਹੋ ਸਕਦਾ ਨਾ ਵੀ ਚਲੋ ਗੱਲ ਕਰ ਰਹੇ ਆ ਜਾਂ ਆਪਣੀ ਡਿਊਟੀ ਦੇ ਉੱਤੇ ਜਾਂ ਧਿਆਨ ਇੱਧਰ ਆ, ਉਹਨਾਂ ਦੇ ਕੋਲੋਂ ਤਾਂ ਤੁਸੀਂ ਲੰਘ ਜਾਓਗੇ, ਪਰ ਜਿਹੜੀ ਲੇਡੀ ਆਫੀਸਰ ਔਨ ਡਿਊਟੀ ਹੈ ਨਾ, ਉਹਦੇ ਕੋਲੋਂ ਬਚਣਾ ਬਹੁਤ ਮੁਸ਼ਕਿਲ ਹੈ। ਔਰ ਆਪਣੀ ਡਿਊਟੀ ਦੇ ਲਈ ਇੰਨੀ ਜ਼ਿੰਮੇਵਾਰੀ ਦੇ ਨਾਲ ਉਹ ਖੜੇ ਹੁੰਦੇ ਆ। ਹਰ ਫੀਲਡ 'ਚ ਹੀ ਮੈਂ ਦੇਖਿਆ ਕਿ ਲੜਕੀਆਂ ਜਿਹੜੀਆਂ ਉਹਨਾਂ ਨੂੰ ਅਹਿਸਾਸ ਹੈ ਪੂਰਾ, ਕਿਉਂਕਿ ਉਹਨਾਂ ਨੂੰ ਘਰਾਂ ਤੋਂ ਆਦਤ ਪਈ ਹੋਈ ਹੈ ਨਾ ਸਾਰੇ ਕੁਝ ਨੂੰ ਸਲੀਕੇ ਦੇ ਨਾਲ ਕਰਨ ਦੀ, ਸੰਭਾਲਣ ਦੀ, ਔਰ ਉਹਨਾਂ ਦੀ ਬੋਲ ਚਾਲ, ਉਹਨਾਂ ਦਾ ਲਹਿਜ਼ਾ ਸਾਰਾ ਤੁਹਾਨੂੰ ਬਹੁਤ ਚੰਗਾ ਲੱਗਦਾ ਜਦੋਂ ਉਹਨਾਂ ਨੂੰ ਤੁਸੀਂ ਖੜੇ ਦੇਖਦੇ ਆ ਕੰਮ ਲਈ। ਮੈਂ ਤੁਹਾਡੇ ਨਾਲ ਕੁਝ ਇਦਾਂ ਦੇ ਸੱਭਿਆਚਾਰ ਤੱਥਾਂ ਦੀ ਗੱਲ ਕਰਨਾ ਚਾਹੂੰਗੀ ਜਿਹੜੇ ਹੁਣ ਤਾਂ ਬਦਲ ਗਏ, ਪਰ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਉਹ ਔਰਤ ਨੂੰ ਪਿੱਛੇ ਕਰਦੇ ਹੁੰਦੇ ਸੀ। ਹਾਲਾਂਕਿ ਜਿੱਦਾਂ ਲੋਹੜੀ ਦੀ ਗੱਲ ਕਰੀਏ, ਲੋਹੜੀ ਖੁਸ਼ੀ ਮਨਾਉਣੀ ਸਿਰਫ ਜੇ ਮੁੰਡਾ ਹੋਇਆ, ਹੁਣ ਕੁੜੀਆਂ ਦੀ ਮੰਨਣ ਲੱਗ ਗਈ ਹੈ ਨਾ। ਰੱਖੜੀ ਹੁੰਦੀ ਆ, ਉਹ ਇਦਾਂ ਲੱਗਦਾ ਸੀਗਾ ਕਿ ਜਿਹੜਾ ਭਰਾ ਆ ਕੁੜੀ ਦੀ ਰੱਖਿਆ ਕਰਦਾ, ਜਦਕਿ ਕੁੜੀ ਵੀ ਭਰਾ ਦੀ ਰੱਖਿਆ ਕਰ ਸਕਦੀ ਹੈ। ਕੀ ਕਹੋਗੇ? ਇਹ ਸੱਭਿਆਚਾਰਕ ਤਬਦੀਲੀਆਂ ਵੀ ਆਉਂਦੀਆਂ ਟਾਈਮ ਦੇ ਨਾਲ, ਔਰ ਬਹੁਤ ਵੱਡੀ ਤਬਦੀਲੀ ਆਈ ਹੈ। ਹੁਣ ਇਸ ਵੇਲੇ ਕੁੜੀਆਂ ਦੀ ਵੀ ਲੋਹੜੀ ਪਾਈ ਜਾ ਰਹੀ ਹੈ, ਔਰ ਰੱਖੜੀਆਂ, ਮੇਰੀਆਂ 2 ਬੇਟੀਆਂ ਆ, ਉਹ ਦੋਨੋਂ ਆਪਸ ਚ ਬੰਨ੍ਹਦੀਆਂ ਦੋਨੋਂ ਰੱਖੜੀ, ਔਰ ਜਿੱਥੇ ਭੈਣ ਭਰਾ ਹੈਗੇ ਉੱਥੇ ਵੀ ਭਰਾ ਵੀ ਜਿਹੜੇ ਭੈਣ ਦੇ ਰੱਖੜੀ ਬੰਨ੍ਹਦੇ ਆ। ਕਈ ਥਾਵਾਂ ਤੇ ਤੁਸੀਂ ਦੇਖਿਆ ਕਿ ਭੈਣਾਂ ਅੱਗੇ ਵੱਧ ਕੇ ਭਰਾਵਾਂ ਦੀ ਰਾਖੀ ਕਰਦੀਆਂ। ਕਈ ਪ੍ਰੋਬਲਮਸ ਦੇ ਵਿੱਚ ਮੈਂ ਕਈ ਘਰਾਂ ਦੇ ਵਿੱਚ ਵਰੁਣ ਨੇ ਦੇਖਿਆ ਆ ਕਿ ਫਾਦਰ ਨਹੀਂ ਹੈਗੇ, ਭੈਣ ਵੱਡੀ ਹੈ, ਪੂਰੀ ਜ਼ਿੰਮੇਵਾਰੀ ਦੇ ਨਾਲ ਉਹ ਫੈਮਿਲੀ ਜਿਹੜੀ ਹੈ ਆਪਣੇ ਭਰਾ ਨੂੰ ਪੜ੍ਹਾ ਰਹੀ ਹੈ, ਭੈਣਾਂ ਛੋਟੀਆਂ ਦੇ ਵਿਆਹ ਕਰ ਰਹੀ ਹੈ, ਔਰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਔਰਤ ਇੱਕ ਮਹਿਸੂਸ ਕਰ ਸਕਦੀ ਹੈ, ਨਿਭਾ ਸਕਦੀ ਹੈ। ਘਰ ਦੀ 4 ਦੀਵਾਰੀ ਦੇ ਵਿੱਚ ਉਹਨੂੰ ਇਹ ਪਤਾ ਹੈ ਮੈਂ ਹੁਣ ਇੱਥੇ ਸੁਆਣੀ ਆ, ਇਹ ਘਰ ਦਾ ਟਾਈਮ ਟੇਬਲ ਮੇਰੇ ਅਕੋਰਡਿੰਗ ਚੱਲਣਾ ਹੈ, ਇੰਨੇ ਵਜੇ ਮੈਂ ਰਹਿਣਾ ਹੈ, ਇੰਨੇ ਵਜੇ ਪਕਾਉਣਾ ਤੇ ਇੰਨੇ ਵਜੇ ਖਵਾ ਦੇਣਾ। ਉਹਦੇ ਨਾਲ ਜਿਹੜੇ ਬਾਕੀ ਜੀ ਹੈ ਨਾ, ਉਹ ਵੀ ਹੁਣ ਉਹਨਾਂ ਦੀ ਸੋਚ 'ਚ ਵੀ ਬੜਾ ਹੀ ਜ਼ਿਆਦਾ ਬਦਲਾਅ ਆ ਗਿਆ। ਜੇ ਹੁਣ ਇੱਕ ਕੰਮਕਾਜੀ ਔਰਤ ਘਰ ਵਾਪਸ ਆਉਂਦੀ ਹੈ, ਮੰਨ ਕੇ ਚੱਲੋਗੇ ਅਸੀਂ 5 ਵਜੇ ਘਰੇ ਪਹੁੰਚੇ ਹਾਂ, 5-5:30 ਵਜੇ ਘਰਾਂ 'ਚ ਚਾਹ ਦਾ ਟਾਈਮ ਹੋ ਜਾਂਦਾ। ਹੁਣ ਮਾਹੌਲ ਇੰਨਾ ਬਦਲ ਗਿਆ ਹੈ, ਬੈਠੋ ਬੇਟਾ ਜੀ ਚਾਹ ਪੀਂਦੇ ਆ, ਇਕੱਠੇ ਪੀਂਦੇ ਆ। ਬਿਲਕੁਲ। ਪਹਿਲਾਂ ਹੁੰਦਾ ਸੀ ਆ ਗਈ ਹੈ, ਅੱਛਾ ਪਹਿਲਾਂ ਪਾਣੀ ਪਿਆ ਦੇ, ਅੱਛਾ ਪਾਣੀ ਪੀ ਲਿਆ, ਅੱਛਾ ਹੁਣ ਚਾਹ ਧਰ ਦੇ, ਅਸੀਂ ਉਧਰੋਂ ਨਿਕਲ ਕੇ ਗਾਂ ਆ ਗਏ ਹਾਂ।
ਬਿਲਕੁਲ ਬਹੁਤ ਵੱਡੀ ਤਬਦੀਲੀ ਆਈ ਹੈ। ਮੈਂ ਫ੍ਰਿਜ ਦੇ ਕੋਲ ਖੜਾ ਹਸਬੈਂਡ ਵੀ ਪਾਣੀ ਆਪ ਨਹੀਂ ਪੀਏਗਾ, ਇਹ ਹੁੰਦਾ ਸੀ ਪਹਿਲਾਂ ਕਿ ਔਰਤ ਭਾਵੇਂ ਕੰਮ ਤੋਂ ਜਿੰਨੀ ਮਰਜ਼ੀ ਥੱਕੀ ਟੁੱਟੀ ਆਏ, ਉਹਨੇ ਆ ਕੇ ਸਾਰੇ ਘਰ ਨੂੰ ਦੇਖਣਾ, ਸੰਭਾਲਣਾ, ਵਾਧੂ ਦਾ ਪਾਣੀ ਨਹੀਂ ਪਿਲਾਇਆ ਪਾਣੀ ਨਹੀਂ ਪਿਲਾਇਆ। ਔਰ ਈਵਨ ਮਦਰ ਇਨ ਲॉज ਵੀ ਕਹਿੰਦੀਆਂ ਹੁੰਦੀਆਂ ਸੀਗੀਆਂ, ਜੇ ਕਿਤੇ ਕਹਿ ਦੇਣਾ ਕਿ ਆਪ ਲੈ ਲਓ ਤੇ ਕਹਿਣਾ ਤੂੰ ਪਿੱਛੇ ਹੋ ਜਾ, ਮੈਂ ਪਿਲਾ ਦੇਣੀ ਆਪਣੇ ਪੁੱਤ ਨੂੰ ਪਾਣੀ। ਹੁਣ ਮੈਂ ਦੇਖਿਆ ਕਿ ਮਾਵਾਂ ਦੀ ਸੋਚ ਵਿੱਚ ਵੀ ਤਬਦੀਲੀ ਆਈ ਹੈ। ਉਹਨਾਂ ਨੂੰ ਵੀ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਜਿਹੜੀ ਨੂੰਹ ਹੈ ਉਹ ਕੰਮ ਤੋਂ ਥੱਕ ਟੁੱਟ ਕੇ ਆਈ ਹੈ ਤੇ ਪੂਰਾ ਚਾਹ ਤਿਆਰ ਕਰਕੇ ਬੈਠੇ ਹੁੰਦੇ, ਔਰ ਬਹੁਤ ਚੰਗੀ ਗੱਲ ਹੈ। ਇਹ ਰਿਸ਼ਤਿਆਂ ਦੇ ਵਿੱਚ ਜਿਹੜੀ ਅਪਣੱਤ ਹੈ ਬਹੁਤ ਜ਼ਰੂਰੀ ਹੈ। ਔਰ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਨਵਜੋਤ ਕਿ ਜੇ ਤੁਸੀਂ ਉਹਨਾਂ ਦਾ ਸਤਿਕਾਰ ਕਰੋਗੇ ਨਾ ਤੇ ਉਹ ਵੀ ਤੁਹਾਨੂੰ ਬਹੁਤ ਪਿਆਰ ਕਰਨਗੇ। ਪਿਆਰ ਦਾ ਮਤਲਬ ਇਹੀ ਹੈ ਕਿ ਉਹ ਤੁਹਾਡੀਆਂ ਪ੍ਰੋਬਲਮਸ ਨੂੰ ਸਮਝਣਗੇ। ਤੇ ਜੇ ਉਹਨਾਂ ਨੂੰ ਪਤਾ ਹੈ ਕਿ 4:45 ਵਜੇ ਮੇਰੀ ਨੂੰਹ ਨੇ ਘਰ ਆਉਣਾ ਤੇ ਉਹਨਾਂ ਨੇ ਚਾਹ ਰੱਖੀ ਹੁੰਦੀ ਹੈ ਕਿ ਆਪਾਂ ਇਕੱਠੇ ਬੈਠ ਕੇ ਚਾਹ ਪੀਂਦੇ ਹਾਂ, ਨਾਲੇ ਗੱਲਬਾਤ ਹੋ ਜਾਂਦੀ ਹੈ, ਪਰਿਵਾਰ ਦੀਆਂ ਕੋਈ ਮੁਸ਼ਕਲਾਂ ਉਹ ਡਿਸਕਸ ਹੋ ਗਈਆਂ, ਨਾਲੇ ਅਪਣੱਤ ਦੀ ਭਾਵਨਾ। ਉਹ ਚਾਹ ਦੀਆਂ ਚੁਸਕੀਆਂ ਦੇ ਨਾਲ ਨਾ ਇੱਕ ਤੇ ਪੂਰੇ ਦਿਨ 'ਚ ਤੁਸੀਂ ਕੀ ਕੀਤਾ ਉਹ ਦੱਸ ਦਿੱਤਾ, ਉਹਨੇ ਬਾਹਰੋਂ ਆਪਣਾ ਜਿਹੜਾ ਤਜਰਬਾ ਹਾਸਲ ਕੀਤਾ ਪੂਰੇ ਦਿਨ ਦੇ ਵਿੱਚ ਉਹ ਸ਼ੇਅਰ ਕਰ ਦਿੱਤਾ। ਉਹਦੇ ਨਾਲ ਕੀ ਹੈ ਕਿ ਉਹ ਘਰੇ ਬੈਠਿਆਂ ਨੂੰ ਬਾਹਰ ਦੀ ਜਾਣਕਾਰੀ ਮਿਲ ਗਈ ਤੇ ਘਰ ਦੇ ਮਾਹੌਲ ਦੇ ਵਿੱਚ ਕੀ ਹੋਇਆ, ਅੱਜ ਇਹਨੇ ਮੇਰੀ ਗੱਲ ਨਹੀਂ ਮੰਨੀ, ਅੱਜ ਇਹਨੇ ਆਪਣੀ ਗੁੱਤ ਨਹੀਂ ਕਰਾਈ, ਅੱਜ ਰੁੱਸ ਗਈ ਹੈ, ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਰਹਿਣਾ ਉਹੀ 15 ਮਿੰਟਾਂ 'ਚ। ਬਿਲਕੁਲ ਰਿਸ਼ਤਿਆਂ ਦੇ ਸਮੀਕਰਨ ਬਹੁਤ ਬਹੁਤ ਵਧੀਆ ਤਰੀਕੇ ਨਾਲ ਬਦਲ ਰਹੇ ਆ। ਜੀ ਜਦੋਂ ਕੰਮਕਾਜੀ ਖੇਤਰ ਦੀ ਗੱਲ ਕਰਾਂ, ਚਾਹੇ ਮੈਂ ਘਰ ਦੀ ਗੱਲ ਕਰਨੀ ਆਪਾਂ ਹੁਣ ਮਰਦਾਂ ਦੀ, ਇਹ ਵੀ ਤਾਂ ਵੇਖਿਆ ਜਾ ਸਕਦਾ ਹੈ ਕਿ ਮਰਦਾਂ ਦੀ ਸਹਾਇਤਾ ਜਿਹੜੀ ਹੈ ਬਹੁਤ ਜ਼ਰੂਰੀ ਹੈ ਔਰਤ ਨੂੰ ਅੱਗੇ ਆਉਣ ਦੇ ਲਈ। ਇੱਕ ਬਾਪ ਦੀ ਉਦਾਹਰਨ ਜੇ ਆਪਾਂ ਦਈਏ ਕਿ ਜਦੋਂ ਤੱਕ ਬਾਪ ਆਪਣੀ ਬੇਟੀ ਨੂੰ ਆਗਿਆ ਨਹੀਂ ਦਿੰਦਾ, ਉਹ ਜਿੱਥੇ ਮਰਜ਼ੀ ਪੜ੍ਹੇ ਜਾਵੇ ਤੇ ਉਸ ਤੋਂ ਬਾਅਦ ਉਸ ਤਰੱਕੀ ਨਹੀਂ ਹੋ ਸਕਦੀ। ਇੱਕ ਮਰਦ ਦੀ ਸਹਾਇਤਾ ਵੀ ਬਹੁਤ ਜ਼ਰੂਰੀ ਹੈ। ਦੇਖੋ ਮਰਦ ਦੀ ਸਹਾਇਤਾ ਤਾਂ ਪਹਿਲੇ ਪੈਰ ਤੇ ਜਦੋਂ ਇੱਕ ਬਾਪ ਆਪਣੀ ਧੀ ਨੂੰ ਜੰਮਣ ਦਾ ਹੱਕ ਦਿੰਦਾ ਹੈ ਨਾ, ਉਸ ਵੇਲੇ ਹੀ ਉਹਦੀ ਸੁਹਿਰਦਤਾ ਜਿਹੜੀ ਹੈ ਕਿ ਉਹ ਬਾਪ ਜਿਹੜਾ ਹੈ ਉਹਦੀ ਮਦਦ ਆਈ ਜਾਂਦੀ ਹੈ ਸਾਹਮਣੇ। ਆਮ ਤੌਰ ਤੇ ਮਰਦਾਂ 'ਚ ਹੀ ਹੁੰਦਾ ਪੁੱਤ ਦੀ ਇੱਛਾ ਕਿ ਪੁੱਤ ਜਿਹੜਾ ਹੈ ਇਹ ਪੁੱਤੀ ਗੰਢ ਪਵੇ ਸੰਸਾਰ, ਹੈ ਨਾ, ਕਿ ਪੁੱਤਾਂ ਦੇ ਨਾਲ ਹੀ ਸਾਡਾ ਵੰਸ਼ ਚੱਲਣਾ ਆ। ਤੇ ਜਦੋਂ ਮਰਦ ਇਹ ਅਹਿਸਾਸ ਕਰ ਲੈਂਦਾ ਕਿ ਵੰਸ਼ ਧੀ ਨਾਲ ਵੀ ਚਲਾਇਆ ਜਾ ਸਕਦਾ ਹੈ, ਠੀਕ ਹੈ ਨਾ। ਹੁਣ ਮੈਂ ਆਪਣੇ ਮਾਂ-ਬਾਪ ਦਾ ਇਕੱਲਾ ਬੱਚਾ ਆ, ਮੈਂ ਬੇਟੀਆਂ ਤਾਂ ਵੰਸ਼ ਚੱਲ ਹੀ ਰਿਹਾ, ਅੱਗੋਂ ਮੇਰੀਆਂ 2 ਬੇਟੀਆਂ ਆ। ਪਹਿਲਾਂ ਤਾਂ ਸਾਡੀ ਆਪਣੀ ਸੋਚ ਨੂੰ ਬਦਲਣਾ ਹੋਏਗਾ ਸਾਨੂੰ, ਔਰ ਜਦੋਂ ਅਸੀਂ ਆਪਣੀ ਮਾਨਸਿਕਤਾ ਨੂੰ, ਸੋਚ ਨੂੰ ਬਦਲਾਂਗੇ ਤੇ ਆਪਣੇ ਆਪ ਸੁਸਾਇਟੀ 'ਚ ਬਹੁਤ ਵੱਡਾ ਬਦਲਾਅ ਆਏਗਾ। ਕੰਮਕਾਜੀ ਖੇਤਰ 'ਚ ਜਿਹੜੇ ਮਰਦ ਨੇ ਜੇ ਤੁਹਾਡੀ ਸਹਾਇਤਾ ਕਰਦੇ ਨੇ, ਜੇ ਤੁਹਾਡੀ ਲੇਡੀ ਬੌਸ ਹੈ ਉਸ ਨੂੰ ਪੋਜ਼ਿਟਿਵਿਟੀ ਨਾਲ ਲੈਂਦੇ ਨੇ, ਸਕਾਰਾਤਮਕ ਸੋਚ ਨਾਲ ਲੈਂਦੇ ਨੇ, ਫਿਰ ਵੀ ਔਰਤ ਦੀ ਤਰੱਕੀ ਸੰਭਵ ਹੈ। ਬਿਲਕੁਲ, ਜਦੋਂ ਮਰਦ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋ ਜਾਵੇ, ਤੁਹਾਨੂੰ ਘਰ ਚੋਂ ਪੂਰੀ ਸਪੋਰਟ ਮਿਲੇ, ਤੁਹਾਨੂੰ ਤੁਹਾਡੇ ਹਸਬੈਂਡ ਨੂੰ ਪਤਾ ਆ ਹੁਣ ਅੱਜ ਇੱਕ ਸ਼ਾਮ ਨੂੰ ਫੰਕਸ਼ਨ ਹੈ, 9:30 ਵਜੇ ਮੈਂ ਵਾਪਸ ਆਉਣਾ, ਮੇਰੇ ਪਤੀ ਨੂੰ ਪਤਾ ਹੈ ਕਿ ਮੈਂ ਉੱਥੇ ਜਾਣਾ ਆ, ਹਨਾ। ਨਹੀਂ ਤਾਂ ਪਹਿਲੇ ਜ਼ਮਾਨਿਆਂ ਦੇ ਵਿੱਚ ਕਿ ਰਾਤ ਨੂੰ ਘਰੋਂ ਬਾਹਰ ਜਾ ਹੀ ਨਹੀਂ ਸਕਦੀ ਔਰਤ, ਇਕੱਲੀ ਜਾ ਹੀ ਨਹੀਂ, ਹਰ ਵੇਲੇ ਸ਼ੱਕ ਦੀ ਨਜ਼ਰ ਨਾਲ ਹੀ ਉਹਨੂੰ ਦੇਖੀ ਜਾਓ, ਹਨਾ। ਥੋੜਾ ਜਿਹਾ ਮਰਦ ਜਿਹੜਾ ਹੈ ਉਹਨੂੰ ਹੌਸਲੇ ਦੇ ਨਾਲ ਔਰਤ ਦਾ ਸਾਥ ਦੇਵੇ ਤੇ ਔਰਤ ਬਹੁਤ ਬੁਲੰਦੀਆਂ ਛੂ ਸਕਦੀ ਹੈ, ਅਸਮਾਨਾਂ ਤੱਕ ਪਹੁੰਚ। ਦੇਰ ਨਹੀਂ ਲੱਗਦੀ, ਸ਼ਰਤੇ ਹੈ ਹਵਾ ਦਾ ਬੁੱਲਾ ਆਉਣ ਤਾਂ ਦਿਓ। ਸੋ ਅਸੀਂ ਆਸੇ-ਪਾਸੇ ਉਹਨੂੰ ਹਵਾ ਦੇਣੀ ਹੈ, ਉਹਦੇ ਖੰਭਾਂ ਦੇ ਵਿੱਚ ਜਾਨ ਬੜੀ ਹੈ, ਪਰ ਉਹਨਾਂ ਖੰਭਾਂ ਦੇ ਹੇਠਾਂ ਜਿਹੜੀ ਅਪਣੱਤ ਦੀ ਜਿਹੜਾ ਹੌਸਲਾ ਅਫਜ਼ਾਈ ਦੀ ਹਵਾ ਹੈ ਉਹ ਤਾਂ ਅਸੀਂ ਦੇਣੀ ਹੈ। ਬਿਲਕੁਲ, ਕਿਉਂਕਿ ਮਰਦ ਦਾ ਸਾਥ ਜਿਹੜਾ ਹੈ ਅੱਜ ਬਹੁਤ ਜ਼ਰੂਰੀ ਹੈ। ਜੀ, ਅਸੀਂ ਇਹ ਗੱਲ ਕਰਦੇ ਹਾਂ ਕਿ ਸਾਡਾ ਪਰਿਵਾਰ ਸਾਡੇ ਨਾਲ ਚੱਲੂਗਾ, ਉਹਦੇ ਨਾਲ ਅਸੀਂ ਅਗਾਂਹ ਵੱਧਦੇ ਹਾਂ। ਸਾਡਾ ਸਮਾਜ ਵੀ ਜਦੋਂ ਸਾਡੇ ਹੱਕ ਵੱਲ ਹੋ ਜਾਂਦਾ ਹੈ ਨਾ, ਜਦੋਂ ਸਾਡੇ ਨਾਲ ਤੁਰਦਾ ਹੈ, ਜਦੋਂ ਸਾਨੂੰ ਕਿਸੇ ਅਦਾਰੇ ਦੇ ਵਿੱਚ ਪੂਰਾ ਸਨਮਾਨ ਮਿਲਦਾ, ਇਹ ਨਹੀਂ ਵੇਖਿਆ ਜਾਂਦਾ ਲੈ ਇਹਦੇ ਨਾਲ ਕੀ ਗੱਲ ਕਰਨੀ ਹੈ, ਕਿਸੇ ਕੋਈ ਬੰਦਾ ਨਹੀਂ ਹੈਗਾ ਲਾਗੇ ਉਹਨਾਂ ਨਾਲ ਗੱਲ ਕਰੀਏ। ਸੋ ਜਿਹੜੀ ਉਹ ਚੀਜ਼ ਹੈ ਨਾ, ਉਹਦੇ ਤੋਂ ਵੀ ਅਸੀਂ ਕਿੰਨਾ ਅਗਾਂਹ ਆ ਗਏ ਹਾਂ। ਬਿਲਕੁਲ, ਪਹਿਲਾਂ ਹੀ ਸੋਚਿਆ ਜਾਂਦਾ ਸੀ ਕਿ ਔਰਤ ਅਬਲਾ ਆ, ਹੈ ਨਾ, ਇਹ ਸਹਾਰਿਆਂ ਦੀ ਲੋੜ ਹੈ, ਇਹਨੂੰ ਕਮਜ਼ੋਰ ਹੈ, ਮਰਦ ਦੇ ਬਰਾਬਰ ਕਦੀ ਵੀ ਨਹੀਂ ਉਹਨੂੰ ਅਹਿਮੀਅਤ ਮਿਲਦੀ ਸੀਗੀ। ਪਰ ਅੱਜ ਜਿਹੜਾ ਹੈ ਪਤਾ ਹੈ ਕਿ ਔਰਤ ਜਿਹੜੀ ਆਪਣੇ ਬਲਬੁੱਤੇ ਤੇ ਆਪਣੀ ਦੁਨੀਆ ਸਿਰਜ ਸਕਦੀ ਹੈ ਔਰ ਅੱਗੇ ਵੱਧ ਸਕਦੀ ਹੈ। ਜੀ, ਜੇ ਅਜੋਕੇ ਸਮਾਜ ਨੂੰ ਆਪਾਂ ਦੇਖ ਲਈਏ, ਆਪਾਂ ਕੁਝ ਸਕਾਰਾਤਮਕ ਗੱਲਾਂ ਵੀ ਕੀਤੀਆਂ, ਕਿਤੇ ਕੁਝ ਹਿੱਸਿਆਂ 'ਚ ਹੱਲੇ ਵੀ ਉਸਨੂੰ ਪਿੱਛੇ ਦੇਖਿਆ ਜਾਂਦਾ। ਕੁੱਲ ਮਿਲਾ ਕੇ ਅੱਜ ਦੀ ਨਜ਼ਰ 'ਚ ਤੁਸੀਂ ਕੀ ਦੇਖਦੇ ਹੋ ਕਿ ਲੱਗਦਾ ਤੁਹਾਨੂੰ ਕਿ ਬਹੁਤ ਕੁਝ ਹੱਲੇ ਹਾਸਲ ਕਰਨ ਵਾਲਾ ਪਿਆ ਹੈਗਾ ਆ? ਬਹੁਤ ਕੁਝ ਜ਼ਿਆਦਾ ਅਸੀਂ ਹਾਸਲ ਕਰ ਚੁੱਕੇ ਹਾਂ ਔਰ ਥੋੜਾ ਸਫ਼ਰ ਹੋਰ ਅਜੇ ਤੈਅ ਕਰਨਾ ਹੈ, ਅਸੀਂ ਤੁਰਨਾ ਹੈ। ਔਰ ਇਹਦੇ ਲਈ ਲੋੜ ਹੈ ਅੱਜ ਹਰ ਸੰਵੇਦਨਸ਼ੀਲ ਸੋਚ ਵਾਲੇ ਇਨਸਾਨ ਨੂੰ, ਸੋਚਵਾਨ ਇਨਸਾਨ ਨੂੰ, ਸੂਝਵਾਨ ਇਨਸਾਨ ਨੂੰ। ਔਰ ਸੁਸਾਇਟੀ ਦੇ ਵਿੱਚ ਜਿਹੜਾ ਸਮਾਜ ਜਿਹੜਾ ਹੈ ਇਹਦੇ 'ਚ ਵੱਡੀ ਤਬਦੀਲੀ ਲਿਆ ਸਕਦਾ ਹੈ। ਔਰ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਜਦੋਂ ਅਸੀਂ ਆਪਣੀਆਂ ਧੀਆਂ ਨੂੰ ਬਹੁਤ ਸਾਰੀਆਂ ਪਾਬੰਦੀਆਂ ਲਗਾਉਂਦੇ ਹਾਂ, ਉਹਨਾਂ ਨੂੰ ਬਹੁਤ ਸਾਰੇ ਮਰਿਆਦਾ ਦੇ ਪਾਠ ਪੜ੍ਹਾਉਂਦੇ ਹਾਂ, ਤੇ ਧੀ ਬਚਾਓ ਧੀ ਪੜ੍ਹਾਓ ਦੇ ਨਾਲ ਨਾਲ ਪੁੱਤਾਂ
ਪੁੱਤਾਂ ਦੀ ਪਰਵਰਿਸ਼ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਪੁੱਤਾਂ ਨੂੰ ਵੀ ਬਚਾਉਣ ਦੀ ਲੋੜ ਹੈ, ਨਸ਼ਿਆਂ 'ਚ ਗ੍ਰਸਤ ਜਵਾਨੀ ਨੂੰ ਬਚਾਉਣ ਦੀ ਲੋੜ ਹੈ, ਔਰ ਪੁੱਤਾਂ ਨੂੰ ਵੀ ਇੱਕ ਜਿਹੜਾ ਹੈ ਮਰਿਆਦਾ ਸਿਖਾਉਣ ਦੀ ਲੋੜ ਹੈ, ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਸਮਾਜ ਵਿੱਚ ਕਿੱਦਾਂ ਵਿਚਰਨਾ ਹੈ। ਜੰਗਲ ਰਾਜ ਨਹੀਂ ਹੈ ਔਰ ਸਾਨੂੰ ਆਪਣੇ ਪੁੱਤਰਾਂ, ਜਿੱਦਾਂ ਆਪਾਂ ਧੀਆਂ ਲਈ ਫਿਕਰਮੰਦ ਹੁੰਦੇ ਆ ਨਾ, ਰਾਤ ਨੂੰ ਜੇ ਲੇਟ ਆਉਂਦੀ ਹੈ ਤੇ ਸਾਨੂੰ ਪੁੱਤਾਂ ਲਈ ਵੀ ਉਦਾਂ ਦੀ ਫਿਕਰਮੰਦੀ ਜ਼ਾਹਰ ਕਰਨੀ ਚਾਹੀਦੀ ਹੈ, ਔਰ ਧੀਆਂ ਨੂੰ ਵੀ ਉਦਾਂ ਹੀ ਖੁਦ ਮੁਖਤਿਆਰ ਕਰਨਾ ਚਾਹੀਦਾ, ਆਪਣੇ ਫੈਸਲੇ ਆਪ ਕਰਨ ਦੀ ਸਮਰੱਥਾ ਉਹਨਾਂ ਨੂੰ ਦੇਣੀ ਚਾਹੀਦੀ ਹੈ। ਵੱਡੀਆਂ ਤਬਦੀਲੀਆਂ ਆਉਣਗੀਆਂ ਜੀ, ਕਿਉਂਕਿ ਜਿੱਥੇ ਅਸੀਂ ਇਹ ਕਹਿੰਦੇ ਆ ਨਾ ਕਿ ਸੁਹਿਰਦਿਆ ਹੁਣ, ਸਸ਼ਕਤਿਆ ਹੁਣ ਇਹਨੂੰ ਆਪਣੇ ਹੱਕਾਂ ਦਾ ਪਤਾ ਹੈ, ਹੁਣ ਅਸੀਂ ਇਹਨੂੰ ਆਜ਼ਾਦੀ ਦੇ ਦਿੱਤੀ ਹੈ, ਹੁਣ ਇਹ ਕਿਤੇ ਵੀ ਜਾ ਸਕਦੀ ਹੈ। ਪਰ ਇੱਕ ਬਾਪ ਜਿਹੜਾ ਹੈ ਜਦੋਂ ਘਰੋਂ ਤੋਰਦਾ ਹੈ ਨਾ, ਉਹਦੇ ਹਾਲੇ ਵੀ ਦਿਲ ਦੇ ਵਿੱਚ ਉਹਦੀ ਅੰਦਰ ਕਿਤੇ ਨਾ ਕਿਤੇ ਹਲੂਣੀ ਜਾਂਦੀ ਹੈ, ਜਦ ਤੱਕ ਆਥਣ ਨੂੰ ਆਪਣੇ ਘਰ ਪਰਤ ਕੇ ਨਹੀਂ ਆਉਂਦੀ। ਉਹ ਚੀਜ਼ ਹਾਲੇ ਵੀ ਕਿਤੇ ਨਾ ਕਿਤੇ ਸਾਡੀ ਸੋਚ ਦੇ ਉੱਤੇ ਨਾ ਇੱਕ ਛੋਟਾ ਜਿੰਨਾ ਚਿੰਨ੍ਹ ਜ਼ਰੂਰ ਲਾਉਂਦੀ ਹੈ, ਟ੍ਰਿਗਰ ਜ਼ਰੂਰ ਕਰਦੀ ਹੈ। ਨਵਜੋਤ, ਸਾਡਾ ਸਮਾਜ ਜਿਹੜਾ ਹੈ ਅਜੇ ਵੀ ਧੀਆਂ ਲਈ ਸੁਰੱਖਿਅਤ ਨਹੀਂ ਹੈ, ਹੈ ਨਾ, ਕਿ ਅਸੀਂ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ ਇਹ ਗੱਲ ਵੀ ਕਿ ਜਿਸ ਦੇਸ਼ ਦੇ ਵਿੱਚ ਔਰਤ ਦੀ ਪੂਜਾ ਦੇਵੀ ਦੇ ਰੂਪ 'ਚ ਕੀਤੀ ਜਾਂਦੀ ਹੈ, ਉਹਨੂੰ ਲਕਸ਼ਮੀ, ਸਰਸਵਤੀ, ਦੁਰਗਾ ਦੇ ਰੂਪ 'ਚ ਪੂਜਿਆ ਜਾਂਦਾ ਹੈ, ਔਰ ਛੋਟੀਆਂ ਜਿਹੜੀਆਂ ਬਾਲੜੀਆਂ ਉਹਨਾਂ ਨੂੰ ਕੰਜਕਾਂ ਦੇ ਰੂਪ ਦੇ ਵਿੱਚ ਜਿਹੜਾ ਉਹਨਾਂ ਦੇ ਪੈਰ ਧੋਤੇ ਜਾਂਦੇ ਆ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ, ਔਰ ਉਸੇ ਦੇਸ਼ ਦੀਆਂ ਸੜਕਾਂ ਤੇ ਧੀਆਂ ਦੀਆਂ ਚੁੰਨੀਆਂ ਲੱਥਦੀਆਂ ਆ, ਔਰ ਸੁਨਸਾਨ ਥਾਵਾਂ ਤੇ ਝਾੜੀਆਂ 'ਚ ਬਲਾਤਕਾਰ ਹੋਈਆਂ ਲਾਸ਼ਾਂ ਲੱਭਦੀਆਂ, ਕਈ ਵਾਰੀ ਲਾਸ਼ਾਂ ਵੀ ਨਹੀਂ ਲੱਭਦੀਆਂ, ਪਿੰਜਰ ਲੱਭਦੇ ਆ, ਕਈ ਵਾਰੀ ਉਹ ਵੀ ਖੁਰਦ-ਫੁਰਦ ਹੋ ਜਾਂਦੇ ਆ, ਔਰ ਇੱਕ ਬਾਪ ਦੀ ਚਿੰਤਾ ਜਿਹੜੀ ਹੈ ਉਹ ਲਾਜ਼ਮ ਹੈ ਇਹੋ ਜਿਹੇ ਮਾਹੌਲ ਦੇ ਵਿੱਚ। ਅੱਜ ਲੋੜ ਸਾਨੂੰ ਸਾਰਿਆਂ ਨੂੰ, ਸੰਵੇਦਨਸ਼ੀਲ ਸੋਚ ਰੱਖਣ ਵਾਲੇ ਲੋਕਾਂ ਨੂੰ ਅੱਜ ਉੱਠਣ ਦੀ ਲੋੜ ਹੈ, ਹੰਬਲਾ ਮਾਰਨ ਦੀ ਲੋੜ ਹੈ ਕਿ ਆਓ ਇੱਕ ਇੱਦਾਂ ਦਾ ਸਮਾਜ ਸਿਰਜੀਏ ਸੋਹਣਾ ਸੁਨੱਖਾ, ਜਿੱਥੇ ਧੀਆਂ ਜਿਹੜੀਆਂ ਹੈ ਸੁਰੱਖਿਅਤ ਰਹਿ ਸਕਣ। ਔਰ ਮੈਂ ਹਮੇਸ਼ਾ ਇਹ ਕਹਿੰਦੀ ਹਾਂ, ਸਾਨੂੰ ਨਾ ਮਰਦ ਪ੍ਰਧਾਨ ਸਮਾਜ ਚਾਹੀਦਾ, ਨਾ ਔਰਤ ਪ੍ਰਧਾਨ ਸਮਾਜ ਚਾਹੀਦਾ, ਸਾਨੂੰ ਇਨਸਾਨੀਅਤ ਪ੍ਰਧਾਨ ਸਮਾਜ ਚਾਹੀਦਾ, ਜਿੱਥੇ ਇੱਕ ਇਨਸਾਨ ਦੂਜੇ ਇਨਸਾਨ ਦੀ ਕਦਰ ਕਰੇ। ਬਿਲਕੁਲ, ਕਿਉਂਕਿ ਇੱਕ ਕਦਮ ਤੇਰਾ ਪੁੱਟਿਆ, ਇੱਕ ਵਾਟ ਮੇਰੀ, ਦੋਵਾਂ ਨੇ ਹੱਥ ਘੁੱਟ ਕੇ ਫੜਿਆ ਤੇ ਸਫ਼ਰ ਮੁੱਕ ਜਾਣਾ। ਕਿਉਂਕਿ ਜੇ ਦੋਵੇਂ ਰਲ ਕੇ ਚੱਲਾਂਗੇ, ਕਿਉਂਕਿ ਮਰਦ ਦੇ ਅੰਦਰ ਉਹਦਾ ਜੁੱਸਾ ਇੰਨਾ ਤਗੜਾ ਹੈ ਪਰਮਾਤਮਾ ਵੱਲੋਂ ਕਿ ਉਹ ਭਾਰੇ ਕੰਮ ਵੀ ਬੜੇ ਸਹਿਜ ਦਾ ਨਾਲ ਆਰਾਮ ਨਾਲ ਕਰ ਲੈਂਦਾ। ਔਰਤ ਦੇ ਹਿੱਸੇ ਆਈਆਂ ਸਾਰੀਆਂ ਸੂਖਮ ਕਲਾਵਾਂ, ਉਹਨੂੰ ਬੜਾ ਕੋਮਲ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਉਹਨੇ ਬਣਾਇਆ, ਸਵਾਰਿਆ। ਇਹ ਉਹਦੀ ਆਪਣੀ ਇੱਕ ਨਜ਼ਾਕਤ ਹੈ, ਜਿਹੜਾ ਉਹ ਸਾਰੇ ਇਹਨਾਂ ਕੰਮਾਂ ਦੇ ਵਿੱਚੋਂ ਵੀ ਹੁੰਦਿਆਂ ਹੋਇਆਂ ਵੀ ਉਹ ਬੜੀ ਸੁਦ੍ਰਿੜ ਹੋ ਕੇ ਸਾਹਮਣੇ ਆਉਂਦੀ ਹੈ। ਬਿਲਕੁਲ, ਔਰ ਕਦਮ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਅਸੀਂ ਕਦਮ ਮਿਲਾ ਕੇ ਤੁਰਦੇ ਹਾਂ ਤੇ ਬੜਾ ਕੁਝ ਹਾਸਲ ਹੁੰਦਾ ਜ਼ਿੰਦਗੀ 'ਚ। ਇਕੱਠਿਆਂ ਤੁਰਨਾ ਚਾਹੀਦਾ, ਨਾ ਮਰਦ ਪ੍ਰਧਾਨ ਨਾ ਔਰਤ ਪ੍ਰਧਾਨ। ਤੁਸੀਂ ਇਨਸਾਨੀਅਤ ਪ੍ਰਧਾਨ ਸਮਾਜ ਦੀ ਗੱਲ ਕੀਤੀ। ਜਦੋਂ ਇਦਾਂ ਦਾ ਮਾਹੌਲ ਦੇਖਦੇ ਹਾਂ, ਡਰ ਲੱਗਦਾ, ਦਿਲ ਸਹਿਮਦਾ, ਔਰ ਫਿਰ ਲੱਗਦਾ ਹੈ ਕਿ ਵਾਕਈ ਅਸੀਂ ਸੁਰੱਖਿਅਤ ਨਹੀਂ ਹੈਗੇ। ਜਦੋਂ ਅਸੀਂ ਉਪਲਬਧੀਆਂ ਦੇਖਦੇ ਹਾਂ, ਫਿਰ ਲੱਗਦਾ ਹੈ ਕਿ ਨਹੀਂ, ਅਸੀਂ ਹਾਸਲ ਬਹੁਤ ਕੁਝ ਕਰ ਸਕਦੇ ਹਾਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੁਝ ਤਾਂ ਅਜਿਹੇ ਤਰੀਕੇ ਢੰਗ ਹੋਣਗੇ ਜਿਨ੍ਹਾਂ 'ਚ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖ ਸਕੀਏ ਤੇ ਅੱਗੇ ਵੀ ਪਹੁੰਚ ਸਕੀਏ। ਦੇਖੋ, ਸਭ ਤੋਂ ਪਹਿਲਾਂ ਕਾਨੂੰਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਲਈ ਬਣੇ ਕਾਨੂੰਨ ਜਿਹੜੇ ਉਹਨਾਂ ਦਾ ਪਤਾ ਹੋਵੇ, ਆਪਣੇ ਹੱਕਾਂ ਦੇ ਬਾਰੇ ਅਸੀਂ ਜਾਗਰੂਕ ਹੋਈਏ, ਸਾਡੇ ਕੋਲੇ ਸਾਰੇ ਪੁਲਿਸ ਦੇ ਨੰਬਰ ਹੋਣ ਕਿ ਕਿੱਥੇ ਅਸੀਂ, ਜੇ ਕੋਈ ਸਾਡਾ ਪਿੱਛਾ ਕਰ ਰਿਹਾ ਹੈ, ਕਿਸੇ ਤਰ੍ਹਾਂ ਦਾ ਸਾਨੂੰ ਲੱਗ ਰਿਹਾ ਹੈ ਕਿ ਕੋਈ ਸਾਨੂੰ ਖਤਰਾ ਹੋ ਸਕਦਾ ਹੈ, ਤਾਂ ਉਸੇ ਵੇਲੇ ਅਸੀਂ ਪੁਲਿਸ ਨੂੰ ਇਨਫੋਰਮ ਕਰੀਏ। ਔਰ 1 ਸੈਕਿੰਡ ਦੇ ਵਿੱਚ, ਮੈਂ ਕਾਲਜ ਦੇ ਵਿੱਚ ਪ੍ਰਿੰਸੀਪਲ ਹਾਂ ਔਰ ਬਹੁਤ ਸਾਰੀਆਂ ਇਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਕਈ ਵਾਰੀ ਕਿ 1 ਸੈਕਿੰਡ ਦੇ ਵਿੱਚ ਮੈਂ ਫੋਨ ਕਰਾਂ ਤੇ ਪੁਲਿਸ ਫੋਰਸ ਸਾਰੀ ਦੀ ਸਾਰੀ ਮੇਰੇ ਕਾਲਜ ਦੇ ਗੇਟ ਤੇ ਹੁੰਦੀ ਹੈ। ਕਈ ਵਾਰੀ ਲੜਕੇ ਹੁੱਲੜਬਾਜ਼ੀ ਕਰ ਰਹੇ ਹੁੰਦੇ ਆ ਬਾਹਰ ਖੜੇ, ਔਰ ਮੈਨੂੰ ਨਹੀਂ ਚੰਗਾ ਲੱਗਦਾ, ਔਰ ਮੈਂ 1 ਸੈਕਿੰਡ ਦੇ ਵਿੱਚ ਇਹ ਸਮੱਸਿਆਵਾਂ, ਔਰ ਸਾਨੂੰ ਸਾਰਿਆਂ ਨੂੰ ਇਹ ਸਾਰੇ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਅਸੀਂ ਕਿੱਥੋਂ ਹੈਲਪ ਲੈ ਸਕਦੇ ਹਾਂ। ਔਰ ਦੂਸਰਾ, ਜਦੋਂ ਇੱਕ ਸਮਾਜ ਦਾ ਜਿਹੜਾ ਵੱਡਾ ਹਿੱਸਾ, ਜਿਹੜਾ ਸੂਝਵਾਨ ਹਿੱਸਾ ਹੈ, ਜਦੋਂ ਸਾਡੇ ਨਾਲ ਖੜਾ ਹੋ ਜਾਏਗਾ ਤੇ ਫਿਰ ਇਹ ਸਾਰੀਆਂ ਮੁਸ਼ਕਲਾਂ ਆਪਣੇ ਆਪ ਹੀ ਜਿਹੜੀਆਂ ਇਹਨਾਂ ਤੋਂ ਨਿਜਾਤ ਪਾ ਲਵਾਂਗੇ। ਬਹੁਤ ਵਾਰੀ ਵਰੁਣ, ਜਦੋਂ ਅਸੀਂ ਪੜ੍ਹਦੇ ਸੀ, ਅਸੀਂ ਦੇਖਦੇ ਸੀ, ਜੇ ਕਿਸੇ ਨੇ ਥੋੜਾ ਜਿਹਾ, ਤੁਸੀਂ ਵੀ ਦੇਖਿਆ ਹੋਣਾ ਆ ਕਿ ਹਮੇਸ਼ਾ ਤੁਹਾਨੂੰ ਘੂਰ ਦੀਆਂ ਨਜ਼ਰਾਂ ਜ਼ਰੂਰ ਮਿਲਦੀਆਂ, ਅਸ਼ਲੀਲ ਸ਼ਬਦਾਂ ਦੇ ਵਾਰ ਸਹਿਣੇ ਪੈਂਦੇ ਆ, ਔਰ ਕਈ ਵਾਰੀ ਤੁਹਾਡੇ ਕੋਈ ਸਾਥ ਨਹੀਂ ਦਿੰਦਾ ਉੱਥੇ। ਜੇ ਤੁਸੀਂ ਚਾਹੁੰਦੇ ਵੀ ਆ ਵਿਰੋਧ ਕਰਨਾ, ਤੁਹਾਡੇ ਨਾਲ ਕੋਈ ਖੜਾ ਨਹੀਂ ਹੁੰਦਾ, ਨਾਲ ਵਾਲੇ ਹੀ ਕਹਿ ਦਿੰਦੇ ਆ। ਰਾਤ ਨੂੰ ਪਹਿਲਾਂ ਮੈਂ ਯੂਨੀਵਰਸਿਟੀ ਪੜ੍ਹਦੀ ਸੀ, ਮੈਨੂੰ ਅਜੇ ਤੱਕ ਯਾਦ ਹੈ ਕਿ 5 ਵਜੇ ਯੂਨੀਵਰਸਿਟੀ ਤੋਂ ਫ੍ਰੀ ਹੋਣਾ, ਬੱਸ ਲੈਣੀ। ਇੱਕ ਵਾਰੀ ਥੋੜਾ ਜਿਹਾ ਮੈਨੂੰ ਲੱਗਿਆ ਕਿ ਬੱਸ ਦੇ ਵਿੱਚ ਮੇਰੇ ਨਾਲ ਕੁਝ ਗਲਤ ਹੋ ਰਿਹਾ, ਔਰ ਮੈਂ ਥੋੜਾ ਰਿਐਕਟ ਕੀਤਾ, ਔਰ ਇੱਕ ਵੀ ਬੰਦਾ ਮੇਰੇ ਨਾਲ ਖੜਾ ਨਹੀਂ ਹੋਇਆ। ਈਵਨ ਇੱਕ ਥੋੜੀ ਦੇਰ ਬੈਠੇ, ਕਹਿੰਦਾ ਰਾਤ ਨੂੰ ਪਤਾ ਨਹੀਂ ਅੱਧੀ ਰਾਤ ਕਿੱਥੇ ਜਾਂਦੇ ਨੇ ਕੁੜੀਆਂ, ਕਿੱਥੋਂ ਆਉਂਦੀਆਂ ਆ। ਮਤਲਬ 6 ਵਜੇ ਦਾ ਟਾਈਮ ਸੀ, ਸਰਦੀਆਂ ਦਾ ਕੋਈ ਰਾਤ ਵੀ ਨਹੀਂ ਸੀਗੀ। ਪਰ ਹੁਣ ਮੈਂ ਦੇਖਿਆ ਕਿ ਕਿਤੇ ਮਾੜਾ ਜਿਹਾ ਵੀ, ਕਿਤੇ ਲੜਕੀ ਕਿਸੇ ਪ੍ਰੋਬਲਮ 'ਚ ਹੈ ਤੇ ਲੋਕ ਉਹਦੇ ਨਾਲ ਖੜੇ ਹੁੰਦੇ ਆ, ਸਾਥ ਦਿੰਦੇ ਆ। ਇੰਨੀ ਕੁ ਜਾਗਰੂਕਤਾ ਆਈ ਹੈ। ਔਰ ਮਰਦ ਜਿਹੜੇ ਹੈ, ਸਾਰੇ ਮਰਦ ਇੱਕੋ ਜਿਹੇ ਨਹੀਂ ਹੈ। ਇਹ ਮਰਦ ਜਿਹੜੇ ਹੈ ਸਾਡੀ
ਅਜ਼ੀਮ ਹੋਣ ਦਾ ਸਾਨੂੰ ਅਹਿਸਾਸ ਵੀ ਕਰਾਉਂਦੇ ਆ, ਸਾਡੀ ਤਾਕਤ ਦੇ ਨਾਲ ਸਾਨੂੰ ਰੂਬਰੂ ਵੀ ਕਰਾਉਂਦੇ ਆ। ਇਦਾਂ ਦੇ ਮਰਦਾਂ ਨੂੰ ਵੀ ਅੱਜ ਮੈਂ ਨਾਰੀ ਦਿਵਸ ਤੇ ਸਲਾਮ ਕਰਦੀ ਆ ਜੀ। ਗੱਲ ਕੀਤੀ ਹੈ ਪੜ੍ਹੀਆਂ ਲਿਖੀਆਂ ਕੁੜੀਆਂ ਦੀ, ਹਨਾ, ਪੜ੍ਹਦੀਆਂ ਨੇ, ਲੇਟ ਹੋ ਜਾਂਦੀਆਂ ਨੇ। ਕੁਝ ਔਰਤਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਦਾਂ ਦੀਆਂ ਨੇ ਜੋ ਪੜ੍ਹ ਨਹੀਂ ਪਾਈਆਂ, ਹੁਣ ਉਹਨਾਂ ਦੇ ਬੱਚੇ ਵੀ ਵੱਡੇ ਹੋ ਚੁੱਕੇ ਨੇ, ਤੇ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਕਿੱਤੇ ਤਾਂ ਇਦਾਂ ਦੇ ਹੋਣਗੇ ਜਿਨ੍ਹਾਂ ਦੇ ਵਿੱਚ ਉਹ ਵਿਚਰ ਕੇ ਆਪਣਾ ਜੀਵਨ ਜਿਹੜਾ ਚਲਾ ਸਕਦੀਆਂ ਨੇ, ਬੇਸ਼ੱਕ ਉਹ ਪੜ੍ਹੀਆਂ ਨਹੀਂ। ਬਹੁਤ ਸਾਰੇ ਪ੍ਰੋਫੈਸ਼ਨਸ ਦੇ ਵਿੱਚ ਉਹ ਜਾ ਸਕਦੀਆਂ। ਸਾਡੇ ਆਪਣੇ ਕਾਲਜ ਦੇ ਵਿੱਚ ਹੀ ਬਹੁਤ ਸਾਰੇ ਕੋਰਸਿਸ ਇਦਾਂ ਦੇ, ਬੀਵੌਕ ਤੇ ਬਹੁਤ ਸਾਰੇ ਕੋਰਸਿਸ ਇਦਾਂ ਦੇ ਹੈ ਜੀ। ਫੈਸ਼ਨ ਡਿਜ਼ਾਈਨਿੰਗ ਹੈ, ਕਾਸਮੈਟੋਲੋਜੀ ਹੈ, ਜਿੱਥੇ ਫਾਈਨ ਆਰਟਸ ਹੈ, ਜਿੱਥੇ ਬੱਚੇ ਲੇਡੀਜ਼ ਆ ਕੇ ਸਿੱਖ ਸਕਦੀਆਂ ਆ ਔਰ ਆਪਣਾ ਕੰਮ ਕਰ ਸਕਦੀਆਂ ਆ। ਮੇਰੇ ਕੋਲ ਬਹੁਤ ਸਾਰੇ ਬੱਚੇ ਜਿਹੜੇ ਹੈ +2 ਤੋਂ ਬਾਅਦ ਉਹਨਾਂ ਦੀਆਂ ਮਦਰਸ ਪੜ੍ਹ ਰਹੀਆਂ ਮੇਰੇ ਕੋਲੇ, ਜਿਹੜੀਆਂ ਕਾਸਮੈਟੋਲੋਜੀ ਦਾ ਕੋਰਸ ਕਰਕੇ, ਔਰ ਉਹ ਕਹਿ ਰਹੀਆਂ ਕਿ ਅਸੀਂ ਆਪਣੀ ਕਮਾਈ ਜਿਹੜੀ ਹੈ ਆਪਣਾ ਪਾਕਟ ਮਨੀ ਕੱਢ ਰਹੇ ਹਾਂ ਆਪਣੇ ਖਰਚੇ ਨਾਲ। ਔਰ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਹੌਬੀ ਕਲਾਸ ਅਟੈਂਡ ਕਰ ਲਓ, ਤੁਸੀਂ ਥੋੜਾ ਬਹੁਤਾ ਸਟਿਚਿੰਗ ਦਾ ਤੁਹਾਨੂੰ ਆ ਜਾਏਗਾ, ਤੁਸੀਂ ਆਪਣੇ ਘਰ ਬੈਠੇ ਕੋਈ ਨਾ ਕੋਈ ਕੰਮ ਕਰ ਸਕਦੇ ਹੋ। ਜੀ। ਜਿਹੜਾ ਹੁਨਰ ਹੈ ਨਾ ਉਹ ਕਿਸੇ ਉਮਰ ਦਾ, ਕਿਸੇ ਹੱਦ ਬੰਨੇ ਦਾ ਮੁਹਤਾਜ ਨਹੀਂ ਹੁੰਦਾ। ਤੁਸੀਂ ਜਿਸ ਅਮਰੇ ਜੇ ਤੁਹਾਡੇ ਅੰਦਰ ਲਗਨ ਹੈ, ਤੁਸੀਂ ਕਿਸੇ ਵੀ ਉਮਰ ਦੇ ਵਿੱਚ ਉਹਨੂੰ ਸ਼ੁਰੂ ਕਰ ਸਕਦੇ ਹੋ। ਬਸ ਇੱਕ ਸੋਚਣ ਦੀ ਗੱਲ ਹੈ, ਸੋਚਣਾ ਸ਼ੁਰੂ ਕਰ ਦਿਓ, ਕੋਈ ਵੀ ਰਸਤਾ ਤੁਹਾਡੇ ਲਈ ਬੰਦ ਨਹੀਂ ਹੋਏਗਾ, ਰਸਤੇ ਖੁੱਲਣਗੇ ਔਰ ਬਹੁਤ ਸਾਰੇ ਲੋਕ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਜੀ। ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਔਰਤਾਂ ਨੂੰ ਨੌਕਰੀ ਕਰਨ ਦਾ ਅਧਿਕਾਰ ਨਹੀਂ ਸੀ ਤੇ ਮਜਬੂਰਨ ਉਸ ਨੂੰ ਆਪਣੇ ਪਤੀ ਦੀ ਜੇਬ ਵੱਲ ਦੇਖਣਾ ਪੈਂਦਾ ਸੀ ਕਿ ਮੈਨੂੰ ਥੋੜੇ ਕੁ ਪੈਸੇ ਚਾਹੀਦੇ ਆ, ਮੈਨੂੰ ਪੈਸੇ ਦੇ ਦਿਓ। ਯਕੀਨਨ ਤੁਸੀਂ ਪੜ੍ਹਾਈ ਨਹੀਂ ਗਏ ਹੋ, ਤੁਹਾਨੂੰ ਨੌਕਰੀ ਤੇ ਨਹੀਂ ਲਗਾਇਆ ਗਿਆ, ਤੁਸੀਂ ਆਰਥਿਕ ਤੌਰ ਤੇ ਕਿਸੇ ਤੇ ਨਿਰਭਰ ਕਰਦੇ ਹੋ। ਤੇ ਹੁਣ ਦੇ ਸਮੇਂ 'ਚ ਕੁੜੀਆਂ ਖੁਦ ਕਮਾ ਰਹੀਆਂ ਨੇ, ਖੁਦ ਜਿਹੜੇ ਨੇ ਆਪਣੀ ਜ਼ਿੰਦਗੀ ਨੂੰ ਚਲਾ ਰਹੀਆਂ ਨੇ, ਔਰ ਮੈਂ ਦੇਖਿਆ ਨੇ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਨੇ ਆਪਣੇ ਘਰ ਵਾਲੇ ਦੀ ਵੀ ਮਦਦ ਕਰਦੀਆਂ ਨੇ। ਫਿਰ ਵੀ ਕੁਝ ਗਾਣਿਆਂ ਦੇ ਵਿੱਚ ਔਰਤ ਨੂੰ ਪੈਸੇ ਦੀ ਭੁੱਖੀ ਦਿਖਾਇਆ ਜਾਂਦਾ ਹੈ। ਇਹ ਵੀ ਇੱਕ ਬਣਾ ਦਿੱਤਾ ਗਿਆ, ਔਰਾ ਬਣਾ ਦਿੱਤਾ ਗਿਆ ਕਿ ਕੁੜੀਆਂ ਦਾ ਕੰਮ ਸ਼ਾਇਦ ਕੇਵਲ ਤੇ ਕੇਵਲ ਮਰਦਾਂ ਤੋਂ ਮਤਲਬ ਕਿ ਹੈਲਪ ਲੈਣਾ ਹੀ ਹੈ, ਜਦਕਿ ਬਹੁਤ ਸਾਰੀਆਂ ਕੁੜੀਆਂ ਨੇ ਜੋ ਮਰਦਾਂ ਦੀ ਵੀ ਸਹਾਇਤਾ ਕਰਦੀਆਂ ਨੇ ਆਰਥਿਕ ਤੌਰ ਤੇ। ਕੋਈ ਹੋ ਸਕਦਾ 1-ਅੱਧਾ% ਕਿਤੇ ਕੋਈ ਇਦਾਂ ਦੀ ਵੀ ਹੋਣਗੀਆਂ, ਹੋ ਸਕਦਾ ਹੈ। ਜਿੱਦਾਂ ਆਪਾਂ ਪਹਿਲਾਂ ਕਾਨੂੰਨਾਂ ਦੀ ਗੱਲ ਕੀਤੀ, ਦਹੇਜ ਸੰਬੰਧੀ ਜਿਹੜੇ ਕਾਨੂੰਨ ਹੈ ਮਿਸਯੂਜ਼ ਹੋ ਰਿਹਾ, ਹੋ ਸਕਦਾ ਕਿਤੇ ਹੋਵੇ। ਪਰ ਜਿਹੜੀ ਆਮ ਔਰਤ, ਜਿਹੜੇ ਜ਼ਿਆਦਾਤਰ ਔਰਤ ਜਿਹੜੀ ਹੈ ਉਹ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਤੁਰਨ ਵਾਲੀ ਹੈ ਔਰ ਆਪਣੇ ਘਰ ਨੂੰ ਅੱਗੇ ਲਿਜਾਣ ਵਾਲੀ ਹੈ, ਪੈਸੇ ਦੀ ਲਾਲਚੀ ਬਿਲਕੁਲ ਵੀ ਨਹੀਂ ਹੈ। ਜਦੋਂ ਉਹਦੀ ਔਰ ਔਰਤਾਂ ਨੂੰ ਤਾਂ ਵੈਸੇ ਵੀ ਪਤਾ ਨਹੀਂ, ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ, ਮੇਰਾ ਤਾਂ ਕਿ ਹਿਸਾਬ ਕਿਤਾਬ ਪੈਸੇ ਦਾ ਹੁੰਦਾ ਹੀ ਨਹੀਂ ਕੁਝ ਵੀ। ਜੀ, ਕਿਉਂਕਿ ਹਰ ਕਿਸੇ ਦੇ ਘਰ ਦੀ ਕਹਾਣੀ ਵੱਖਰੀ ਹੈ, ਹਰ ਕਹਾਣੀ ਵੱਖਰੀ ਹੈ। ਜਿੱਦਾਂ ਮੈਂ ਦੇਖਦੀ ਹੁੰਦੀ ਹਾਂ ਕਿ ਗਾਉਣ ਵਾਲੇ ਜਦੋਂ ਇਦਾਂ ਚੀਜ਼ ਕਰਦੇ ਨੇ, ਖਾਸ ਤੌਰ ਤੇ ਪੰਜਾਬ ਦੀਆਂ ਉਹ ਔਰਤਾਂ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ ਆਪਣੇ ਪਰਿਵਾਰ ਦੇ ਲਈ, ਉਹਨਾਂ ਨੂੰ ਤੁਸੀਂ ਕੇਵਲ ਤੇ ਕੇਵਲ ਆਰਥਿਕ ਤੌਰ ਤੇ ਕਮਜ਼ੋਰ ਸਮਝਦੇ ਹੋ। ਮਾੜੀ ਗੱਲ ਹੈ ਜੀ, ਬਿਲਕੁਲ। ਅਸੀਂ ਗੱਲ ਕਰ ਰਹੇ ਸੀਗੇ ਕਿ ਵਿਦਿਆ ਨੇ ਕਿੰਨੇ ਸਾਰੇ ਇਹੋ ਜਿਹੇ ਪੱਖ ਖੋਲ ਦਿੱਤੇ ਉਹਦੇ ਲਈ, ਇੰਨੇ ਜ਼ਿਆਦਾ ਬੂਹੇ ਖੋਲ ਦਿੱਤੇ ਵੀ ਉਹ ਜਿਸ ਪਾਸੇ ਉਹਦੀ ਲਗਨ ਹੈ ਉਧਰ ਨੂੰ ਜਾ ਸਕਦੀ ਹੈ। ਇੱਕ ਪੜ੍ਹੀ ਲਿਖੀ ਔਰਤ ਜਿਹੜੀ ਹੈ ਉਹਦੇ ਘਰ ਦਾ ਮਾਹੌਲ ਵੀ ਵੱਖਰਾ ਹੁੰਦਾ। ਬਿਲਕੁਲ ਜੀ। ਉਹਨੂੰ ਇਹ ਪਤਾ ਹੁੰਦਾ ਹੈ ਵੀ ਮੈਂ ਹਰ ਚੀਜ਼ ਨੂੰ ਟਿਕਾਣੇ ਤੇ ਰੱਖਣਾ, ਕਿੱਦਾਂ ਸਵਾਰਨਾ, ਮੈਂ ਆਪਣੇ ਸਮੇਂ ਨੂੰ ਕਿੱਦਾਂ ਸਾਰ ਕੇ ਚੱਲਣਾ ਨਾਲ। ਜੇ ਉਹਦੇ ਘਰ ਦੇ ਵਿੱਚ 2 ਬੱਚੇ ਨੇ, ਜੇ ਇੱਕ ਔਰਤ ਪੜ੍ਹੀ ਹੈ ਉਹਦੇ ਨਾਲ ਪਿਛਲੀ ਤੇ ਅਗਲੀ ਦੋਵੇਂ ਕੁਲਾਂ ਪੜ ਜਾਂਦੀਆਂ, 2 ਕੁਲ ਪੜ ਜਾਂਦੇ। ਲੜਕਾ ਪੜੇਗਾ ਤੇ ਇਕੱਲਾ ਲੜਕਾ ਪੜੇਗਾ, ਔਰ ਲੜਕੀ ਪੜ ਗਈ ਤੇ ਅਗਲੀ ਕੁਲ ਵੀ ਪੜ ਗਈ, ਪੂਰਾ ਖਾਨਦਾਨ ਪੜ ਗਿਆ, ਸਮਝ ਲਓ। ਸੋ ਉਹਨਾਂ ਦੀ ਵਿਦਿਆ ਦੇ ਉੱਤੇ, ਜਾਂ ਜਿੱਦਾਂ ਬਰੁਣ ਨੇ ਗੱਲ ਕੀਤੀ ਕਿ ਛੋਟੇ ਛੋਟੇ ਅਜਿਹੇ ਕੋਰਸਿਸ ਨੇ, ਕੋਈ ਵੀ ਕੰਮ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ, ਕੰਮ ਸਿਰਫ ਕੰਮ ਹੀ ਹੁੰਦਾ। ਸੋ ਜਿਹੜੀਆਂ ਅਸੀਂ ਹੁਣ ਇੱਥੇ ਬੈਠੇ ਹਾਂ, ਅਸੀਂ ਮੰਚ ਤੇ ਹਾਂ, ਤੁਸੀਂ ਇੱਕ ਮਾਹਿਰ ਮਹਿਮਾਨ ਦੇ ਤੌਰ ਤੇ ਸਾਡੇ ਵਿੱਚ ਬੈਠੇ ਹੋ। ਕਈ ਅਜਿਹੀਆਂ ਨੇ ਜਿਨ੍ਹਾਂ ਨੂੰ ਹਾਲੇ ਵੀ ਇਸ ਚੇਟਕ ਦੀ, ਇਸ ਹਲੂਣੇ ਦੀ ਇੱਕ ਸ਼ਾਬਾਸ਼ੀ ਦੀ ਜ਼ਰੂਰਤ ਹੈ। ਬਿਲਕੁਲ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਮੈਨੂੰ ਲੱਗਦਾ ਕਿ ਬਹੁਤ ਵਧੀਆ ਉਪਰਾਲਾ ਹੈ। ਬਹੁਤ ਸਾਰੇ ਦਰਸ਼ਕ ਤੁਹਾਨੂੰ ਦੇਖ ਰਹੇ ਆ, ਉਹਨਾਂ ਨੂੰ ਚੇਟਕ ਵੀ ਲੱਗੇਗੀ ਔਰ ਉਹਨਾਂ ਦੇ ਅੰਦਰ ਇਹ ਭਾਵਨਾ ਵੀ ਪੈਦਾ ਹੋਏਗੀ। ਔਰ ਇਸ ਵੇਲੇ ਜਿਹੜਾ ਹੈ ਲੜਕੀਆਂ ਨੂੰ ਮੈਂ ਬਾਰ-ਬਾਰ ਇਹੀ ਗੱਲ ਕਹਿੰਦੀ ਆ ਕਿ ਪੜ੍ਹ ਲਿਖ ਕੇ ਆਰਥਿਕ ਤੌਰ ਤੇ ਸਵੈ ਨਿਰਭਰ ਹੋਣਾ ਹੈ। ਉਹ ਫੀਲਡ ਕੋਈ ਵੀ ਹੋ ਸਕਦਾ, ਤੁਸੀਂ ਕਾਸਮੈਟੋਲੋਜੀ ਜਾ ਸਕਦੇ ਆ, ਫੈਸ਼ਨ ਡਿਜ਼ਾਈਨਿੰਗ, ਡਾਕਟਰ, ਇੰਜੀਨੀਅਰ, ਜੋ ਵੀ ਤੁਹਾਡਾ ਜਿੱਧਰ ਵੀ ਤੁਹਾਡਾ ਮਨ ਹੈ ਤੁਸੀਂ ਉਹ ਫੀਲਡ ਜਿਹੜਾ ਹੈ ਉਹ ਚੁਣ ਲਓ। ਪਰ ਉੱਥੇ ਜਿਹੜਾ ਹੈ ਪੂਰੀ ਸ਼ਿੱਦਤ ਦੇ ਨਾਲ, ਇੱਕ ਜਜ਼ਬੇ ਦੇ ਨਾਲ ਕੰਮ ਕਰੋ। ਔਰ ਤੁਹਾਨੂੰ ਮੈਂ ਦੁਆ ਵੀ ਇਹੀ ਕਰਾਂਗੀ ਕਿ ਇਦਾਂ ਦਾ ਸੋਹਣਾ ਸੁਨੱਖਾ ਸਮਾਜ ਸਿਰਜਿਆ ਜਾਏ ਜਿੱਥੇ ਕਿਸੇ ਦੁਰਗਾ ਨੂੰ ਭਰੂਣ ਹੱਤਿਆ ਨਾ ਕਰਾਉਣੀ ਪਵੇ, ਕਿਸੇ ਲక్ష్ਮੀ ਨੂੰ ਆਪਣੇ ਖਰਚਿਆਂ ਲਈ ਹੱਥ ਨਾ ਅੱਡਣੇ ਪੈਣ, ਕੋਈ ਵੀ ਸਰਸਵਤੀ ਜਿਹੜੀ ਹੈ ਉਹ ਵਿਦਿਆ ਤੋਂ ਵਾਂਝੀ ਨਾ ਰਹੇ, ਕਿਸੇ ਪਾਰਵਤੀ ਨੂੰ ਦਹੇਜ ਦੀ ਬਲੀ ਨਾ ਚੜਨਾ ਪਵੇ, ਕਿਸੇ ਸੀਤਾ ਨੂੰ ਅਗਨੀ ਪ੍ਰੀਖਿਆ ਨਾ ਦੇਣੀ ਪਵੇ। ਮੈਂ ਅਕਸਰ ਗੱਲ ਕਰਦੀ ਹੁੰਦੀ ਹਾਂ, ਤੁਸੀਂ ਆਰਥਿਕ ਤੌਰ ਦੀ ਇੱਕ ਵਾਰੀ ਫਿਰ ਗੱਲ ਕੀਤੀ ਹੈ ਕਿ ਕਿਸੇ ਦੇ ਮੂਹਰੇ ਹੱਥ ਨਾ ਅੱਡਣੇ ਪੈਣ। ਦੇਖਣ ਚਾਹੁੰਦਾ ਹੈ ਕੁੜੀ ਨੂੰ ਪੜ੍ਹਾ ਦਿੱਤਾ ਗਿਆ ਔਰ ਆ ਤੁਸੀਂ ਵੀ ਇਹ ਗੱਲ ਕਹੀ ਸੀ ਕਿ ਸਿਰਫ ਵਿਆਹ ਦੇ ਲਈ ਨਹੀਂ ਪੜਾਉਣਾ, ਉਸਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ ਲਈ ਪੜਾਉਣਾ ਆਪਾਂ। ਫਿਰ ਸਵਾਲ ਇਹ ਚੱਕ ਦਿੱਤਾ ਜਾਂਦਾ ਹੈ ਕਿ ਤੇਰੇ ਸਹੁਰੇ ਬਹੁਤ ਅਮੀਰ ਆ, ਤੂੰ ਨੌਕਰੀ ਕਰਕੇ ਕੀ ਕਰਨਾ, ਚੰਗੀ ਭਲੀ ਤਾਂ ਬਸਦੀ ਪਈ ਆ।
ਦੇਖੋ ਜਿੰਨਾ ਮਰਜ਼ੀ ਪੈਸਾ ਹੋਵੇ ਸਹੁਰਿਆਂ ਕੋਲੇ, ਉਹ ਪੈਸਾ ਦੂਸਰੇ ਦਾ ਹੈ। ਜਿਹੜਾ ਆਪਣੀ ਕਮਾਈ ਹੈ ਨਾ ਉਹਦਾ ਆਪਣਾ ਹੀ ਮਜ਼ਾ ਹੈ। ਔਰ ਜਿਹੜੇ ਕੰਮ ਤੁਸੀਂ ਘਰ ਕਿਹੜਾ ਤੁਸੀਂ ਵਿਹਲੇ ਰਹਿ ਲੈਣਾ ਆ। ਔਰ ਬਹੁਤ ਸਾਰੇ ਜਿਹੜੇ ਇਦਾਂ ਦੇ ਕੰਮ ਆ ਜਿਹੜੇ ਗੈਰ ਆਰਥਿਕ ਹੈ, ਜਿਨ੍ਹਾਂ ਤੋਂ ਕੋਈ ਕਮਾਈ ਨਹੀਂ ਹੁੰਦੀ, ਉਹ ਸਾਡੇ ਹਿੱਸੇ ਆਉਂਦੇ। ਔਰ ਇਹਨਾਂ ਕੰਮਾਂ ਦੀ ਤੁਸੀਂ ਗਿਣਤੀ ਤਾਂ ਕਰ ਸਕਦੇ, ਮਿੰਤੀ ਨਹੀਂ ਕਰ ਸਕਦੇ। ਕਿੰਨੇ ਕਿਲੋਮੀਟਰ ਅਸੀਂ ਘਰ 'ਚ ਹੀ ਤੁਰੇ ਫਿਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਹੈ, ਪਤਾ ਨਹੀਂ, ਮੈਨੂੰ ਇਹ ਲੱਗਦਾ ਕਿ ਜਿੰਨਾ ਮਰਜ਼ੀ ਪੈਸਾ ਹੋਵੇ ਸਹੁਰਿਆਂ ਕੋਲੇ, ਪਰ ਕੁੜੀ ਨੂੰ ਆਪਣੀ ਸੈਲਫ ਰਿਸਪੈਕਟ ਲਈ, ਆਪਣੇ ਸਵੈਮਾਨ ਲਈ, ਆਪਣੇ ਸਵੈ ਵਿਸ਼ਵਾਸ ਲਈ ਉਹਨਾਂ ਚਿਰ ਤੁਹਾਡੇ ਅੰਦਰ ਕੌਨਫੀਡੈਂਸ ਆਉਂਦਾ ਹੀ ਨਹੀਂ ਜਿੰਨਾ ਚਿਰ ਤੁਸੀਂ ਆਪਣੇ ਪੈਰਾਂ ਤੇ ਆਪ ਖੜੇ ਨਹੀਂ ਹੁੰਦੇ। ਡਾਕਟਰ ਸਾਹਿਬ, ਜਿੰਨੀਆਂ ਵੀ ਇਸ ਵੇਲੇ ਮਹਿਲਾਵਾਂ ਵੀ ਜਾਂ ਪੁਰਸ਼ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਇੱਕ ਸੁਨੇਹਾ ਪਿਆਰ ਭਰਿਆ ਉਹਨਾਂ ਦੇ ਲਈ ਜ਼ਰੂਰ ਹੋਣਾ ਚਾਹੀਦਾ ਹੈ। ਤੂੰ ਨਾ ਰਹੇ, ਮੈਂ ਨਾ ਰਹਾ, ਇੱਕ ਦੂਜੇ ਦੀ ਬਾਂਹ ਫੜੀਏ, ਚੱਲ ਆਪਾਂ ਹੋ ਜਾਈਏ। ਬਿਲਕੁਲ, ਅੱਜ ਅਸੀਂ ਗੱਲ ਨਾਰੀ ਸਸ਼ਕਤੀਕਰਨ ਦੇ ਜਿਹੜਾ ਮੌਕਾ ਹੈ, ਨਾਰੀ ਦਿਵਸ ਦੇ ਮੌਕੇ ਤੇ ਅਸੀਂ ਇਕੱਠੇ ਹੋਏ ਹਾਂ ਔਰ ਨਾਰੀ ਦੇ ਸਸ਼ਕਤ ਹੋਣ ਦੀ ਗੱਲ ਕਰ ਰਹੇ ਹਾਂ। ਔਰ ਸਭ ਤੋਂ ਪਹਿਲਾ ਜਿਹੜਾ ਹਥਿਆਰ ਹੈ ਨਾਰੀ ਨੂੰ ਸਸ਼ਕਤ ਕਰਨ ਦਾ, ਆਓ ਸਾਰੇ ਮਿਲ ਕੇ ਆਪਣੀਆਂ ਧੀਆਂ ਦੇ ਹੱਥ 'ਚ ਕਲਮ ਫੜਾਈਏ ਤਾਂ ਕਿ ਉਹ ਆਪਣਾ ਭਵਿੱਖ ਜਿਹੜਾ ਹੈ ਉਹ ਆਪ ਲਿਖ ਸਕਣ। ਸੁਰੱਖਿਅਤ ਭਵਿੱਖ ਜਿਹੜਾ ਹੈ ਔਰ ਸੁਰੱਖਿਅਤ ਸਮਾਜ ਦੀ ਜਿਹੜੀ ਹੈ ਕਾਮਨਾ ਕਰੀਏ। ਔਰ ਸਾਰੇ ਅਸੀਂ ਬੁੱਧੀਜੀਵੀ ਲੋਕ ਜਿਹੜੇ ਹੈ, ਪੜ੍ਹੇ ਲਿਖੇ ਸੰਵੇਦਨਸ਼ੀਲ ਸੋਚ ਵਾਲੇ ਲੋਕ ਜਿਹੜੇ ਹੈ, ਆਓ ਸੋਹਣਾ ਸੁਨੱਖਾ ਸਮਾਜ ਸਿਰਜਣ ਵੱਲ ਤੁਰੀਏ। ਤੇ ਜੇ ਉਹ ਆਪਣਾ ਭਵਿੱਖ ਆਪ ਕਿਸੇ ਖੇਤਰ 'ਚ ਚਾਹੁੰਦੀਆਂ ਨੇ ਤੇ ਉਹਨਾਂ ਤੇ ਸਵਾਲ ਨਾ ਚੱਕੀਏ ਕਿ ਤੂੰ ਆਹ ਖੇਤਰ 'ਚ ਨਹੀਂ ਜਾਣਾ। ਬਿਲਕੁਲ ਜੀ, ਕਿਉਂਕਿ ਸਾਡਾ ਥੀਮ ਵੀ ਇਸ ਵੇਲੇ ਦਾ ਇਹੀ ਕਹਿ ਰਿਹਾ, ਚੂਜ਼ ਟੂ ਚੈਲੰਜ, ਕਿ ਜਿਹੜੇ ਵੀ ਇਸ ਵੇਲੇ ਤੇਰੇ ਸਾਹਮਣੇ ਜਿੰਨੇ ਵੀ ਦਸਾਦੇ ਨੇ, ਤੂੰ ਜਿਸ ਵੀ ਐਵੇਨਿਊ 'ਚ ਜਾਣਾ ਚਾਹਨੀ ਹੈ, ਬਸ ਇੱਕ ਉਡਾਰੀ ਭਰ, ਖੁਦ ਮੁਖਤਿਆਰੀ ਦਈਏ। ਬਸ ਇਹੀ ਹੈ ਕਿ ਬੱਚਿਆਂ ਨੂੰ ਖੁਦ ਮੁਖਤਿਆਰੀ ਦਈਏ, ਇਹ ਆਪਣੀਆਂ ਧੀਆਂ ਤੇ ਵਿਸ਼ਵਾਸ ਪੈਦਾ ਕਰੀਏ ਔਰ ਉਹਨਾਂ ਨੂੰ ਆਪਣੇ ਫੈਸਲੇ ਖੁਦ ਕਰਨ ਦੀ ਉਹਨਾਂ ਦੇ ਅੰਦਰ ਸਮਰੱਥਾ ਪੈਦਾ ਕਰੀਏ। ਜੀ ਡਾਕਟਰ ਸਾਹਿਬ, ਤੁਸੀਂ ਸਟੂਡੀਓ ਵਿੱਚ ਆਏ ਔਰ ਇਸ ਮੌਕੇ ਨੂੰ ਹੋਰ ਜ਼ਿਆਦਾ ਖਾਸ ਬਣਾ ਦਿੱਤਾ। ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਇੱਕ ਵਾਰੀ ਫਿਰ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਸਾਰਿਆਂ ਨੂੰ ਬਹੁਤ ਮੁਬਾਰਕ।